ਸਤਿ ਸ਼੍ਰੀ ਅਕਾਲ ਜੀ। ਆਪ ਸਭ ਜੀ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਪੋਜ਼ਿਟਿਵ ਵਾਈ ਪੰਜਾਬ ਦੇ ਉੱਤੇ। ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਬਾਬਾ ਫਰੀਦ ਯੂਨੀਵਰਸਿਟੀ ਨੇ ਸਿਲੇਬਸ ਜਾਰੀ ਕੀਤਾ ਹੈ ਵਾਰਡ ਅਟੈਂਡੈਂਟ ਵਾਸਤੇ। ਉਹਦੇ ਵਾਸਤੇ ਆਪਾਂ ਇੱਕ ਸਪੈਸ਼ਲ ਵੀਡੀਓ ਤਿਆਰ ਕੀਤੀ ਸੀ। ਉਸ ਵੀਡੀਓ ਨੂੰ ਵੇਖਣ ਲਈ ਸਭ ਦਾ ਧੰਨਵਾਦ। ਆਈ ਹੋਪ ਕਿ ਤੁਹਾਨੂੰ ਸਮਝ ਆ ਗਿਆ ਹੋਊਗਾ ਕਿ ਕਿਹੜੀ ਚੀਜ਼ ਕਿੱਥੋਂ ਪੜ੍ਹਨੀ ਹੈ, ਕਿਉਂਕਿ ਹਜੇ ਵੀ ਕਾफ़ੀ ਮੈਸੇਜ ਆ ਰਹੇ ਨੇ। ਜੇ ਹਜੇ ਵੀ ਸਮਝ ਨਹੀਂ ਤੁਹਾਨੂੰ ਲੱਗ ਰਿਹਾ ਤਾਂ ਕਿਰਪਾ ਕਰਕੇ ਟੈਲੀਗ੍ਰਾਮ ਗਰੁੱਪ ਦੇ ਵਿੱਚ ਤੁਸੀਂ ਗੱਲਬਾਤ ਕਰ ਸਕਦੇ ਹੋ ਮੇਰੇ ਨਾਲ। ਅਤੇ ਦੂਸਰਾ ਇਹ ਹੈ ਕਿ ਜਿਹੜੀ ਇਹ ਸੀਰੀਜ਼ ਆਪਾਂ ਅੱਜ ਸਟਾਰਟ ਕੀਤੀ ਹੈ ਇਹ ਪਾਰਟ B ਨੂੰ ਕਵਰ ਕਰੂਗੀ। ਤੁਹਾਡੇ ਸਾਹਮਣੇ ਵਿਦ ਪ੍ਰੂਫ ਮੈਂ ਉਹ ਸਿਲੇਬਸ ਤੁਹਾਨੂੰ ਦਿਖਾਇਆ ਸੀ ਜਿਹੜਾ ਯੂਨੀਵਰਸਿਟੀ ਨੇ ਸਰਟੀਫਾਈ ਕੋਰਸ ਸਟਾਰਟ ਕੀਤਾ ਹੋਇਆ ਹੋਮ ਬੇਸ ਕੇਅਰ ਅਤੇ ਹੌਸਪੀਟਲ ਬੇਸ ਕੇਅਰ ਦੇ ਵਿੱਚ। ਉਹਦੇ ਵਿੱਚੋਂ ਹੀ ਆਪਾਂ ਇੱਕ ਅੱਜ ਲੈ ਕੇ ਆਏ ਹਾਂ ਟੌਪਿਕ। ਡੇਲੀ ਆਪਾਂ ਇੱਕ ਟੌਪਿਕ ਕਵਰ ਕਰਿਆ ਕਰਾਂਗੇ ਅਤੇ ਸ਼ਾਮ ਨੂੰ ਉਹਦੇ ਉੱਤੇ ਹੀ MCQ ਕਰਿਆ ਕਰਾਂਗੇ ਟੈਲੀਗ੍ਰਾਮ ਗਰੁੱਪ ਦੇ ਵਿੱਚ। ਸੋ ਕਿਰਪਾ ਕਰਕੇ ਟੈਲੀਗ੍ਰਾਮ ਗਰੁੱਪ ਜੁਆਇਨ ਕਰ ਲਓ ਅਤੇ ਵੀਡੀਓ ਅਗਰ ਚੰਗੀ ਲੱਗੇ ਐਂਡ ਤੱਕ ਦੇਖਿਓ ਔਰ ਉਹਨੂੰ ਲਾਈਕ ਕਰਿਓ, ਸ਼ੇਅਰ ਕਰਿਓ ਅਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ। ਚਲੋ ਸਟਾਰਟ ਕਰਦੇ ਹਾਂ। ਦੇਖੋ ਕਾफ़ੀ ਮੈਸੇਜ ਆ ਰਹੇ ਸੀ ਕਿ ਸਰ ਪੰਜਾਬੀ ਦੇ ਵਿੱਚ ਕਰਾਓ। ਵੈਸੇ ਮੇਰੀ ਹਰ ਇੱਕ ਵੀਡੀਓ ਪੰਜਾਬੀ 'ਚ ਹੀ ਹੁੰਦੀ ਹੈ, ਪਰ ਸਾਇੰਸ ਹੈ, ਸਾਇੰਸ ਦੇ ਵਿੱਚ ਕੁਝ ਚੀਜ਼ਾਂ ਪੰਜਾਬੀ 'ਚ ਨਹੀਂ ਲਿਖੀਆਂ ਜਾ ਸਕਦੀਆਂ। ਤਾਂ ਜਦੋਂ ਮੈਂ ਬੋਲਦਾ ਤੁਹਾਨੂੰ ਤੁਸੀਂ ਵੀਡੀਓ ਨੂੰ ਰਿਪੀਟ ਕਰ ਲਿਆ ਕਰੋ 2 ਵਾਰੀ, ਤੁਹਾਨੂੰ ਈਜ਼ੀਲੀ ਸਮਝ ਆ ਜਾਊਗਾ, ਇਹ ਮੇਰੀ ਗਰੰਟੀ ਹੈ। ਅੱਜ ਦੀ ਵੀਡੀਓ ਸਟਾਰਟ ਕਰਦੇ ਹਾਂ। ਨਵੀਂ ਸੀਰੀਜ਼ ਸਟਾਰਟ ਕੀਤੀ ਹੈ। ਜਿੰਨੀ ਦੇਰ ਆਪਣਾ ਪੇਪਰ ਨਹੀਂ ਹੁੰਦਾ ਤਦ ਤੱਕ ਤੁਹਾਨੂੰ ਹਰ ਇੱਕ ਡੇਲੀ ਇੱਕ ਵੀਡੀਓ ਮਿਲਿਆ ਕਰੂਗੀ ਇਸ ਟੌਪਿਕ ਦੇ ਉੱਪਰ। ਅੱਜ ਦਾ ਟੌਪਿਕ ਹੈਗਾ ਆਪਣਾ ਹਿਊਮਨ ਔਰਗਨ ਐਂਡ ਸਿਸਟਮਸ, ਜਿਹਨੂੰ ਕਹਿ ਦਿੰਦੇ ਆਪਾਂ ਮਨੁੱਖੀ ਅੰਗ ਪ੍ਰਣਾਲੀ ਕਹਿ ਦਿੰਦੇ ਹਾਂ ਜਾਂ ਸਿਸਟਮ ਕਹਿ ਸਕਦੇ ਹਾਂ। ਠੀਕ ਹੈ, ਇਹ ਟੌਪਿਕ ਆਪਾਂ ਕਿੱਥੋਂ ਲਿਆ? ਉਹੀ ਜਿਹੜਾ ਉਹਨਾਂ ਨੇ ਸਿਲੇਬਸ ਜਾਰੀ ਕੀਤਾ ਸੀਗਾ, ਉਦੋਂ ਬਰੀਫ 'ਚ ਮੈਂ ਤੁਹਾਨੂੰ ਦੱਸਿਆ ਸੀਗਾ। ਉਹਦੇ ਵਿੱਚ ਆਪਾਂ 1 ਬਾਏ 1 ਟੌਪਿਕ ਕਰਾਂਗੇ। ਅੱਜ ਦਾ ਟੌਪਿਕ ਦੇਖੋ ਆ ਰਿਹਾ, ਇਹ ਦੇਖੋ ਪਿੱਛੇ ਲੋਗੋ ਪਿਆ ਯੂਨੀਵਰਸਿਟੀ ਦਾ। ਅੱਜ ਦਾ ਹੈਗਾ ਆਪਣਾ ਟੌਪਿਕ ਇੰਟਰੋਡਕਸ਼ਨ ਟੂ ਹਿਊਮਨ ਬੋਡੀ ਸਿਸਟਮ। ਤੁਹਾਨੂੰ ਮੈਂ ਪਹਿਲਾਂ ਹੀ ਕਿਹਾ ਸੀ ਸਭ ਤੋਂ ਜ਼ਿਆਦਾ ਇੰਪੋਰਟੈਂਟ ਰਹੂਗਾ ਆਪਣੇ ਵਾਸਤੇ ਹਿਊਮਨ ਬੋਡੀ ਸਿਸਟਮ, ਕਿਉਂਕਿ ਕੋਈ ਵੀ ਪਾਰਟ ਪੁੱਛ ਸਕਦੇ ਆ, ਕੋਈ ਵੀ ਬੋਨ ਪੁੱਛ ਸਕਦੇ ਆ, ਕਿਹੜੀ ਬੋਨ ਸਭ ਤੋਂ ਸਟਰੋਂਗ ਹੁੰਦੀ ਆ, ਜਾਂ ਆਪਾਂ ਇਹ ਪੁੱਛ ਸਕਦੇ ਆ ਕਿ ਕਿਹੜਾ ਸਿਸਟਮ ਕੀ ਕੰਮ ਕਰਦਾ ਹੈ। ਤਾਂ ਆਪਾਂ ਨੂੰ ਇਕੱਲੇ ਇਕੱਲੇ ਔਰਗਨ ਦਾ ਪਤਾ ਹੋਣਾ ਚਾਹੀਦਾ, ਜਾਂ ਸਮਾਲੈਸਟ ਯੂਨਿਟ ਕਿਹੜਾ ਹੁੰਦਾ ਬੋਡੀ ਦਾ, ਕੁਝ ਵੀ ਪੁੱਛਿਆ ਜਾ ਸਕਦਾ ਹੈ। ਔਰ ਬੇਸਿਕ ਕੁਐਸਚਨ ਆਉਣਗੇ, ਕੋਈ ਜ਼ਿਆਦਾ ਡੀਪਲੀ ਕੁਐਸਚਨ ਨਹੀਂ ਆਉਣਗੇ ਕਿ ਹਾਈ ਲੈਵਲ ਦਾ, ਕਿਉਂਕਿ ਤੁਸੀਂ ਕੋਈ ਡਾਕਟਰ ਵਾਸਤੇ ਨਹੀਂ ਜਾ ਰਹੇ, ਮੈਡੀਕਲ ਅਫਸਰ ਵਾਸਤੇ ਨਹੀਂ ਜਾ ਰਹੇ, ਤੁਸੀਂ ਜਾ ਰਹੇ ਹੋ ਵਾਰਡ ਅਟੈਂਡੈਂਟ ਵਾਸਤੇ। ਇਸ ਕਰਕੇ ਆਪਾਂ ਬਿਲਕੁਲ ਬੇਸਿਕ ਜਾਣਨਾ, ਜ਼ਿਆਦਾ ਇੰਟਰਨਲੀ ਉਹਦੇ ਵਿੱਚ ਦੇਖਾ ਕੋਸ਼ਿਸ਼ ਨਹੀਂ ਕਰਨੀ ਪੜ੍ਹਨ ਦੀ। ਸਿਰਫ ਜਰਨਲ ਜਿਹੜੇ ਫੈਕਟ ਹੁੰਦੇ ਨੇ ਉਹੀ ਪੜ੍ਹ ਕੇ ਜਾਣੇ ਨੇ ਆਪਾਂ। ਠੀਕ ਹੈ, ਚਲੋ ਸਟਾਰਟ ਕਰਦੇ ਹਾਂ ਅੱਜ ਦਾ ਟੌਪਿਕ। ਸਭ ਤੋਂ ਪਹਿਲਾਂ ਜਦੋਂ ਵੀ ਆਪਾਂ ਹਿਊਮਨ ਬੋਡੀ ਸਿਸਟਮ ਪੜ੍ਹਦੇ ਹਾਂ ਤਾਂ ਆਪਾਂ ਨੂੰ ਪਤਾ ਹੋਣਾ ਚਾਹੀਦਾ ਕਿ ਜਿਹੜਾ ਸਮੋਲੈਸਟ ਯੂਨਿਟ ਕਿਹੜਾ ਹੈ ਆਪਣੇ ਬੋਡੀ ਦੇ ਅੰਦਰ। ਤਾਂ ਤੁਸੀਂ ਦੇਖੋ ਆਦੇ ਵਿੱਚ ਦੇਖੋ, ਸਭ ਤੋਂ ਜਿਹੜਾ ਸਮੋਲੈਸਟ ਯੂਨਿਟ ਹੁੰਦਾ ਜਾਂ ਲਿਵਿੰਗ ਸੈੱਲ ਜਿਹਨੂੰ ਕਹਿ ਦਿੰਦੇ ਆ, ਤਾਂ ਉਹ ਹੁੰਦਾ ਸੈੱਲ। ਸੈੱਲ ਕੀ ਹੁੰਦਾ? ਬੇਸਿਕ ਸਟਰਕਚਰ ਜਿਹੜਾ ਫਾਰਮ ਕਰਦਾ ਆਪਣੀ ਬੋਡੀ ਦੇ ਵਿੱਚ, ਜਿਹਨੂੰ ਕਹਿ ਦਿੰਦੇ ਆ ਲਿਵਿੰਗ ਔਰਗੈਨਿਜ਼ਮ। ਠੀਕ ਹੈ, ਕਿਉਂਕਿ ਆਪਣੀ ਬੋਡੀ ਕੀ ਇੱਕ ਲਿਵਿੰਗ ਔਰਗੈਨਿਜ਼ਮ ਹੈ। ਇਹਦੇ ਵਿੱਚ ਸਭ ਤੋਂ ਸਮੋਲੈਸਟ ਜਿਹੜਾ ਸਟਰਕਚਰਲ ਯੂਨਿਟ ਕਿਹੜਾ? ਸੈੱਲ ਹੈ। ਤਾਂ ਦੇਖੋ ਤੁਹਾਡੀ ਹੈਲਪ ਵਾਸਤੇ ਮੈਂ ਇਹਦੀ PDF ਵੀ ਤੁਹਾਨੂੰ ਟੈਲੀਗ੍ਰਾਮ 'ਚ ਭੇਜ ਦੂੰਗਾ। ਸੈੱਲ ਕੀ ਕਰਦਾ? ਸੈੱਲ ਤੋਂ ਕੀ ਬਣਦੇ ਨੇ? ਟਿਸ਼ੂ ਬਣਦੇ ਨੇ। ਟਿਸ਼ੂ ਨੂੰ ਜੋੜ ਕੇ ਕੀ ਬਣਦੇ ਨੇ? ਔਰਗਨ ਬਣਦੇ ਨੇ। ਅਤੇ ਔਰਗਨ ਨੂੰ, ਸਾਰੇ ਔਰਗਨ ਨੂੰ ਜੋੜ ਕੇ ਇੱਕ ਕੀ ਬਣਦਾ? ਮਨੁੱਖੀ ਪ੍ਰਣਾਲੀ ਬਣਦੀ ਆ, ਜਿਹਨੂੰ ਕਹਿ ਦਿੰਦੇ ਆ ਔਰਗਨ ਸਿਸਟਮ। ਤਾਂ ਸਭ ਤੋਂ ਸਮੋਲੈਸਟ ਯੂਨਿਟ ਕਿਹੜਾ ਹੋ ਗਿਆ ਆਪਣੀ ਬੋਡੀ ਦਾ? ਸੈੱਲਸ ਹੋ ਗਿਆ। ਇਹ ਕੁਐਸਚਨ ਆਇਆ ਹੋਇਆ ਸਟਾਫ ਨਰਸ ਦੇ ਪੇਪਰ ਦੇ ਵਿੱਚ ਜਾਂ ਕਿਸੇ ਮੈਡੀਕਲ ਅਫਸਰ ਦੇ ਪੇਪਰ ਦੇ ਵਿੱਚ ਆਇਆ ਹੋਇਆ, ਕਿਤੇ ਨਾ ਕਿਤੇ ਮੈਂ ਚੱਕਿਆ ਆ ਰਿਹਾ ਤੁਹਾਡੇ ਸਾਹਮਣੇ। ਇਹ ਪੁੱਛ ਸਕਦਾ ਹੈ ਕਿ ਇਹ ਲਾਈਫ ਬਿਗੇਨਸ ਵਿਦ ਏ ਸਿੰਗਲ। ਤਾਂ ਕਹਿੰਦਾ ਵੀ ਜਿਹੜੀ ਜ਼ਿੰਦਗੀ ਆ ਸਟਾਰਟ ਹੋ ਸਕਦੀ ਹੈ ਇੱਕ ਸਿੰਗਲ ਕਿਸ ਚੀਜ਼ ਨਾਲ? ਥੱਲੇ ਆਪਸ਼ਨ ਦਿੱਤੀਆਂ ਹੋਈਆਂ, ਟਿਸ਼ੂ ਦਿੱਤਾ ਹੋਇਆ, ਔਰਗਨ ਦਿੱਤਾ ਹੋਇਆ, ਮਾਈਕਰੋਬੋ ਦਿੱਤਾ ਹੋਇਆ। ਤਾਂ ਤੁਸੀਂ ਯਾਦ ਰੱਖਣਾ ਸਭ ਤੋਂ ਸਮੋਲੈਸਟ ਜਿਹੜਾ ਯੂਨਿਟ ਹੁੰਦਾ ਜਾਂ ਲਿਵਿੰਗ ਹੁੰਦਾ ਉਹ ਹੁੰਦਾ ਸੈੱਲ। ਤਾਂ ਸੈੱਲ ਤੋਂ ਸਟਾਰਟ ਹੁੰਦੀ ਆ ਲਾਈਫ। ਓਕੇ, ਜਿੱਦਾਂ ਤੁਸੀਂ ਆਪਣਾ ਹਾਲੀਵੁੱਡ ਮੂਵੀਜ਼ ਵਗੈਰਾ ਦੇਖਦੇ ਰਹਿੰਦੇ ਹੋਵੋਗੇ, ਉਹਦੇ ਵਿੱਚ ਵੀ ਤੁਸੀਂ ਦੇਖਿਆ ਹੋਊਗਾ ਸੈੱਲ ਤੋਂ ਹੀ ਸਟਾਰਟ ਹੁੰਦਾ ਹੈ ਨਾ, ਦਿਖਾਉਂਦੇ ਕਈ ਵਾਰੀ। ਤਾਂ ਯਾਦ ਰੱਖਿਓ। ਇਸ ਤੋਂ ਨੈਕਸਟ ਦੇਖਦੇ ਆਪਾਂ ਹਿਊਮਨ ਸਿਸਟਮ ਹੁੰਦਾ ਕੀ ਹੈ। ਠੀਕ ਹੈ, ਉਹ ਕਹਿੰਦਾ ਵੀ ਜਿਵੇਂ ਲਾਈਕ ਪਲਾਂਟਸ ਹੋ ਗਏ, ਐਨੀਮਲ ਹੋ ਗਏ, ਹੈ ਨਾ, ਡਿਫਰੈਂਟ ਪਾਰਟ ਹੁੰਦੇ ਉਹਨਾਂ ਦੇ ਔਰਗਨ ਟੂ ਕੈਰੀ ਆਊਟ ਡਿਫਰੈਂਟ ਜੋਬ। ਆਪਣੇ ਦੇਖੋ ਸਰੀਰ ਦੇ ਵਿੱਚ ਵੱਖਰੇ ਵੱਖਰੇ ਅੰਗ ਆ, ਹਰ ਇੱਕ ਅੰਗ ਦਾ ਕੀ ਆ? ਵੱਖਰਾ ਵੱਖਰਾ ਕੰਮ ਆ। ਜਿਵੇਂ ਅੱਖਾਂ ਦਾ ਦੇਖਣ ਦਾ ਕੰਮ ਹੈ, ਨੋਜ਼ ਦਾ ਕੀ ਆ? ਸਮੈਲ ਕਰਨ ਦਾ ਕੰਮ ਹੈ, ਲੈਗਸ ਦਾ ਕੀ ਆ? ਚੱਲਣ ਫਿਰਨ ਦਾ, ਮੂਵਮੈਂਟ ਕਰਨ ਦਾ ਕੰਮ ਹੈ। ਤਾਂ ਜਿਵੇਂ ਕਹਿੰਦਾ ਪਲਾਂਟਸ ਦੇ ਵਿੱਚ ਵੀ ਔਰਗਨ ਹੁੰਦੇ ਆ, ਐਨੀਮਲ ਦੇ ਵਿੱਚ ਵੀ ਔਰਗਨ ਹੁੰਦੇ ਆ। ਠੀਕ ਹੈ, ਤਾਂ ਔਰਗਨ ਜਿਹੜੇ ਪਲਾਂਟਸ ਦਾ ਐਨੀਮਲਸ 'ਚ ਹੁੰਦੇ ਆ ਉਹ ਕਾਹਦੇ ਵਾਸਤੇ ਹੁੰਦੇ ਆ? ਉਹਨਾਂ ਨੂੰ ਡਿਟੈਕਟ ਕਰਨ ਵਾਸਤੇ ਕਿ ਉਹਨਾਂ ਦੇ ਇਰਦ ਗਿਰਦ ਕੀ ਕੰਮ ਹੋ ਰਿਹਾ, ਹੈ ਨਾ। ਕਿਉਂਕਿ ਪਸ਼ੂਆਂ ਦੇ ਵਿੱਚ ਇੰਨਾ ਦਿਮਾਗ ਤਾਂ ਹੁੰਦਾ ਨਹੀਂ, ਲੇਕਿਨ ਉਹਨਾਂ ਦੇ ਜਿਹੜੇ ਔਰਗਨ ਹੁੰਦੇ ਆ ਉਹ ਉਹਨਾਂ ਨੂੰ ਮਤਲਬ ਡਿਟੈਕਟ ਕਰਨ ਵਿੱਚ, ਰਿਸਪੌਂਡ ਕਰਨ ਦੇ ਵਿੱਚ ਹੈਲਪ ਕਰਦੇ ਆ ਕਿ ਉਹਨਾਂ ਦੇ ਆਸੇ ਪਾਸੇ ਕੀ ਕੰਮ ਹੋ ਰਿਹਾ।
ਉਵੇਂ ਕਹਿੰਦਾ ਜਿਹੜਾ ਐਨ ਔਰਗਨ ਹੈ, ਔਰਗਨ ਕੀ ਹੈ, ਕਹਿੰਦਾ ਇਜ਼ ਅ ਪਾਰਟ ਆਫ ਅ ਲਿਵਿੰਗ ਬੋਡੀ ਦੈਟ ਪਰਫਾਰਮ ਸਰਟਨ ਇੰਪੋਰਟੈਂਟ ਫੰਕਸ਼ਨ। ਤਾਂ ਤੁਹਾਨੂੰ ਮੈਂ ਹੁਣੇ ਦੱਸ ਕੇ ਹਟਿਆ ਔਰਗਨ ਕੀ ਚੀਜ਼ ਹੈ, ਕਿ ਜਿਹੜਾ ਕੋਈ ਜਿੰਦਾ ਚੀਜ਼ ਦਾ ਬੋਡੀ ਪਾਰਟ ਹੈ ਜਿਹੜਾ ਕੋਈ ਨਾ ਕੋਈ ਕੰਮ ਜ਼ਰੂਰ ਕਰੂਗਾ। ਹੁਣ ਜੇ ਕੁਐਸਚਨ ਕਿਵੇਂ ਪੁੱਛ ਸਕਦਾ, ਕੁਐਸਚਨ ਪੁੱਛ ਸਕਦਾ ਕਿ ਇਹਨਾਂ ਵਿੱਚੋਂ ਕਿਹੜਾ ਔਰਗਨ ਹੈ, ਤਾਂ ਆਈਜ਼ ਹੋ ਗਈਆਂ, ਨੋਜ਼ ਹੋ ਗਿਆ, ਈਅਰਸ ਹੋ ਗਏ, ਟੰਗ ਹੋ ਗਏ, ਸਕਿਨ ਹੋ ਗਏ, ਠੀਕ ਹੈ। ਤੇ ਸਾਰਾ ਕੁਝ ਕਿਹਦੇ ਅੰਦਰ ਆਉਂਦਾ, ਆਪਣੇ ਮਨੁੱਖੀ ਪ੍ਰਣਾਲੀ ਔਰਗਨ ਦੇ ਅੰਦਰ ਆਉਂਦਾ ਹੈ। ਤੁਹਾਨੂੰ ਪੰਜਾਬੀ ਦੇ ਵਿੱਚ ਵੀ ਮੈਂ ਲਿਖਿਆ ਹੋਇਆ, ਤੁਸੀਂ ਪੜ੍ਹ ਲਿਓ, ਇਹ ਤੁਹਾਡੇ ਹੈਲਪ ਵਾਸਤੇ ਆ। ਮਨੁੱਖੀ ਪ੍ਰਣਾਲੀਆਂ ਕਹਿ ਦਿੰਦੇ ਆ, ਉਹ ਦੇਖੋ ਸਾਰਾ ਕੁਝ ਲਿਖਿਆ ਹੋਇਆ। ਔਰਗਨ ਕੀ ਕਰਦਾ, ਜਾਨਵਰਾਂ ਨੂੰ ਉਹਨਾਂ ਦੇ ਆਲੇ ਦੁਆਲੇ ਦੀਆਂ ਤਬਦੀਲੀਆਂ ਦਾ ਪਤਾ ਲਗਾਉਣ ਅਤੇ ਜਵਾਬ ਦੇਣ ਵਿੱਚ ਸਹਾਇਤਾ ਕਰਦਾ, ਠੀਕ ਹੈ। ਤਾਂ ਅੰਗਾਂ ਦੀਆਂ ਉਦਾਹਰਨ ਦਿੱਤੀਆਂ ਹੋਈਆਂ। ਔਰਗਨ ਕੀ ਹੋ ਗਏ, ਆਪਣੇ ਅੰਗ ਹੋ ਗਏ, ਜਿਵੇਂ ਅੱਖਾਂ, ਨੱਕ, ਕੰਨ, ਜੀਭ, ਚਮੜੀ। ਤਾਂ ਤੁਸੀਂ ਪੰਜਾਬੀ ਦੇ ਵਿੱਚ ਵੀ ਪੜ੍ਹ ਸਕਦੇ ਹੋ। ਜਿਨ੍ਹਾਂ ਨੇ ਵਾਰ-ਵਾਰ ਮੈਸੇਜ ਕੀਤਾ ਸੀ ਕਿ ਸਰ ਪੰਜਾਬੀ ਦੇ ਵਿੱਚ ਵੀ ਕਰਵਾਓ, ਜਿੰਨਾ ਦੇਖੋ ਕੋਸ਼ਿਸ਼ ਹੋਈ ਆ, ਕਿਉਂਕਿ ਟਾਈਮ ਬਹੁਤ ਲੱਗਦਾ, ਘੱਟੋ ਘੱਟ 2-2.5 ਘੰਟੇ ਤਾਂ ਇਹਨੂੰ ਬਣਾਉਣ 'ਚ ਲੱਗਦਾ ਪੀਪੀਟੀ ਨੂੰ, ਫਿਰ ਉਸਨੂੰ ਕਨਵਰਟ ਕਰਨ 'ਚ ਟਾਈਮ ਲੱਗ ਜਾਂਦਾ। ਇਸ ਕਰਕੇ ਜਿੰਨੀ ਕੋਸ਼ਿਸ਼ ਹੋਈ ਹੈ ਮੈਂ ਕੀਤੀ ਹੈ, ਤੇ ਤੁਸੀਂ ਥੋੜ੍ਹਾ ਬਹੁਤਾ ਕੋਆਪਰੇਟ ਕਰੋ, ਕਿਉਂਕਿ ਹੁਣ ਟਾਈਮ ਘੱਟ ਹੈ। ਆਪਾਂ ਨੂੰ ਇਹ ਹੈ ਕਿ ਜਲਦੀ ਤੋਂ ਜਲਦੀ ਆਪਾਂ ਕਵਰ ਕਰੀਏ। ਤੁਸੀਂ ਸੁਣ ਲਿਆ ਕਰੋ, ਸਾਹਮਣੇ ਚਾਹੇ ਜ਼ਰੂਰ ਇੰਗਲਿਸ਼ 'ਚ ਲਿਖਿਆ, ਲੇਕਿਨ ਜਦੋਂ ਮੈਂ ਬੋਲਦਾ ਤਾਂ ਬਿਲਕੁਲ ਪੰਜਾਬੀ 'ਚ ਹੀ ਬੋਲਦਾ। ਹੁਣ ਦੇਖੋ ਅੱਗੇ ਕਹਿੰਦਾ ਔਰਗਨ ਆਫ ਹਿਊਮਨ, ਆਪਾਂ ਤਾਂ ਹਿਊਮਨ ਬੋਡੀ ਸਿਸਟਮ ਪੜ੍ਹਨਾ। ਤਾਂ ਔਰਗਨ ਕੀ ਕਰਦਾ, ਦੇਖੋ ਲਿਖਿਆ ਹੋਇਆ, ਦਾ ਔਰਗਨ ਇਨ ਆਵਰ ਬੋਡੀ ਫਾਰਮ ਏ ਸਿਸਟਮ ਟੂ ਅਲਾਓ ਲਾਈਫ ਪ੍ਰੋਸੈਸਿਸ ਲਾਈਕ ਮੂਵਮੈਂਟ ਐਂਡ ਰੀਪਰੋਡਕਸ਼ਨ, ਠੀਕ ਹੈ। ਮਤਲਬ ਕੀ ਕਹਿੰਦਾ ਵੀ ਜਿਹੜੇ ਔਰਗਨ ਹੈ, ਔਰਗਨ ਆਪਣਾ ਜਿਹੜੇ ਬੋਡੀ ਸਿਸਟਮ ਉਹਨੂੰ ਅਲਾਓ ਕਰਦਾ, ਕਾਹਦੇ ਵਾਸਤੇ, ਕੋਈ ਕੰਮ ਕਰਨ ਵਾਸਤੇ, ਰੀਪਰੋਡਕਸ਼ਨ ਕਰਨ ਵਾਸਤੇ, ਜਾਂ ਵੇਰੀਅਸ ਸਿਸਟਮ ਪਰਫਾਰਮ ਵੇਰੀਅਸ ਫੰਕਸ਼ਨਸ। ਜਿਵੇਂ ਮੰਨ ਲਓ ਹੁਣ ਕੀ ਆ, ਹਾਰਟ ਦਾ ਕੰਮ ਕੀ ਹੈ, ਸਟੋਮਚ ਦਾ ਕੰਮ ਕੀ ਆ, ਗਿਲਟ ਦਾ ਕੰਮ ਕੀ ਆ, ਕਿਡਨੀ ਦਾ ਕੰਮ ਕੀ ਆ, ਸਾਰਿਆਂ ਦਾ ਵੱਖਰਾ ਵੱਖਰਾ ਕੰਮ ਹੈ, ਪਰ ਸਾਰੇ ਮਿਲ ਕੇ ਕੀ ਬਣਾਉਂਦੇ ਆ, ਇੱਕ ਸਿਸਟਮ ਬਣਾਉਂਦੇ ਆ, ਲਾਈਫ ਸਿਸਟਮ ਬਣਾਉਂਦੇ, ਜਿਹਨੂੰ ਕਹਿ ਦਿੰਦੇ ਆ ਹਿਊਮਨ ਬੋਡੀ ਸਿਸਟਮ। ਤਾਂ ਸਮਝ ਕੇ ਵੱਖਰੇ ਵੱਖਰੇ ਅੰਗ ਵੱਖਰੇ ਵੱਖਰੇ ਕੰਮ ਕਰਦੇ ਆ, ਸਾਰੇ ਅੰਗ ਮਿਲ ਕੇ ਕੀ ਬਣਾਉਂਦੇ ਆ, ਇੱਕ ਹਿਊਮਨ ਬੋਡੀ ਪ੍ਰਣਾਲੀ ਬਣਾਉਂਦੇ ਆ, ਜਿਹਨੂੰ ਮਨੁੱਖੀ ਸਿਸਟਮ ਕਹਿ ਦਿੰਦੇ ਆ, ਜਾਂ ਮਨੁੱਖੀ ਸੰਚਾਰ ਪ੍ਰਣਾਲੀ ਕਹਿ ਦਿੰਦੇ ਆ, ਠੀਕ ਹੈ। ਤਾਂ ਇੱਥੋਂ ਮੈਨੂੰ ਆਈ ਹੋਪ ਤੁਹਾਨੂੰ ਕਲੀਅਰ ਹੋ ਗਿਆ ਹੋਊਗਾ ਔਰਗਨ ਬਾਰੇ ਚੰਗੀ ਤਰ੍ਹਾਂ। ਆ ਲਿਖਿਆ ਹੋਇਆ ਤੁਹਾਡੇ ਵਾਸਤੇ ਪੰਜਾਬੀ ਦੇ ਵਿੱਚ, ਇਹਨੂੰ ਪੜ੍ਹ ਲਿਓ ਬਾਅਦ ਜਦੋਂ ਮੈਂ ਤੁਹਾਨੂੰ PDF ਵਗੈਰਾ ਸੈਂਡ ਕਰੂੰਗਾ। ਹੁਣ MCQ ਆਇਆ ਹੋਇਆ, ਦੇਖੋ ਤੁਹਾਨੂੰ ਮੈਂ ਹੁਣੇ ਦੱਸ ਕੇ ਹਟਿਆ ਕਿ ਸਕਿਨ ਹੋ ਗਿਆ, ਈਅਰਸ ਹੋ ਗਏ, ਕਿਡਨੀਜ਼ ਹੋ ਗਏ, ਕਹਿੰਦਾ ਕਿਹਦੀ ਐਗਜ਼ਾਮਪਲ ਹੈ, ਅੰਗਾਂ ਦੀ ਐਗਜ਼ਾਮਪਲ ਨੇ, ਜਿਹਨੂੰ ਕਹਿ ਦਿੰਦੇ ਆ ਔਰਗਨ। ਟਿਸ਼ੂ ਅਲੱਗ ਚੀਜ਼ ਹੁੰਦੀ ਆ, ਸੈੱਲ ਅਲੱਗ ਚੀਜ਼ ਹੁੰਦੀ ਆ। ਔਰਗਨ ਸਿਸਟਮ ਤਾਂ ਸਾਰੇ, ਔਰਗਨ ਸਿਸਟਮ ਦੇ ਵਿੱਚ ਤਾਂ ਸਾਰੇ ਆ ਗਏ ਬਾਕੀ, ਪਰ ਇਹ ਸਿੰਪਲ ਇਹਦੀ ਗੱਲ ਪੁੱਛ ਰਿਹਾ ਕੀ ਹੈ, ਤਾਂ ਇਹ ਹੈਗੇ ਆ ਅੰਗ, ਠੀਕ ਹੈ, ਅੰਗ ਪ੍ਰਣਾਲੀ ਨਹੀਂ ਹੈਗੇਗੇ। ਚਲੋ ਆਈ ਹੋਪ ਤੁਹਾਨੂੰ ਕਲੀਅਰ ਹੋ ਰਿਹਾ ਹੋਊਗਾ। ਹੁਣ ਆਪਾਂ ਇੱਕ ਵਾਰੀ ਦੇਖੋ ਇੱਕ ਸਿੰਪਲ ਪੜ੍ਹਦੇ ਹਾਂ ਵੀ ਕਿਹੜੇ ਕਿਹੜੇ ਸਿਸਟਮ ਹੋ ਸਕਦੇ ਆ। ਇਸ ਤੋਂ ਬਾਅਦ ਆਪਾਂ ਨੂੰ ਡੀਪਲੀ ਪੜ੍ਹਾਂਗੇ। ਇਹ ਪਾਰਟ 1 ਹੈ, ਇਹਦਾ ਇੱਕ ਪਾਰਟ 2 ਵੀ ਆਊਗਾ, ਕਿਉਂਕਿ ਹਿਊਮਨ ਔਰਗਨ ਸਿਸਟਮ ਕਾਫੀ ਵਾਸਟ ਏਰੀਆ ਹੈ, ਬਹੁਤ ਲਾਰਜ ਏਰੀਆ ਹੈ, ਜਿਹਦੇ ਵਿੱਚ ਆਪਾਂ ਸਾਰਾ ਕੁਝ ਕਵਰ ਕਰਨਾ, ਸਿਰਫ ਬੇਸਿਕ। ਪਹਿਲਾਂ ਆਪਾਂ ਪੜ੍ਹਦੇ ਹਾਂ ਕਿਹੜਾ ਸਿਸਟਮ ਹੁੰਦਾ, ਮਸਕੂਲਰ ਸਿਸਟਮ ਹੁੰਦਾ, ਜਿਹਨੂੰ ਕਹਿ ਦਿੰਦੇ ਆਪਾਂ ਮਾਸਪੇਸ਼ੀਆਂ। ਮਾਸਪੇਸ਼ੀਆਂ ਦਾ ਹੁਣ ਕੰਮ ਪੁੱਛ ਸਕਦੇ ਆ। ਮਾਸਪੇਸ਼ੀਆਂ ਦਾ ਕੰਮ ਕੁਝ ਨਹੀਂ ਹੁੰਦਾ, ਆਪਣੀ ਜਿਹੜੀ ਮੂਵਮੈਂਟ ਹੁੰਦੀ ਆ ਉਹਨੂੰ ਮਤਲਬ ਚਲਾਉਣ ਵਾਸਤੇ। ਜਿਵੇਂ ਆਪਾਂ ਹੱਥ ਮੂਵ ਕਰਦੇ ਹਾਂ, ਗਰਦਨ ਮੂਵ ਕਰਦੇ ਹਾਂ, ਲੈਫਟ ਰਾਈਟ, ਅਪ ਡਾਊਨ, ਕੁਝ ਵੀ ਕਰਦੇ ਹਾਂ, ਲੱਤਾਂ ਨੂੰ ਮੂਵ ਕਰਦੇ ਹਾਂ, ਉਹ ਸਾਰਾ ਸਿਸਟਮ ਅਨੇਬਲ ਕਰਨ ਵਾਸਤੇ ਕੌਣ ਹੈਲਪ ਕਰਦਾ, ਆਪਣੀਆਂ ਮਾਸਪੇਸ਼ੀਆਂ ਹੈਲਪ ਕਰਦੀਆਂ ਨੇ, ਠੀਕ ਹੈ। ਇਹਦੇ ਉੱਪਰ ਵੀ ਆਪਾਂ ਡਿਫਰੈਂਟ ਵੀਡੀਓ ਬਣਾਵਾਂਗੇ, ਮਾਸਪੇਸ਼ੀਆਂ ਦੇ ਉੱਪਰ ਹੈਗੀ ਆ, ਉਹ ਅਗਲੀ 'ਚ ਮੈਂ ਕਰਵਾਊਂਗਾ ਡੀਪਲੀ। ਆਈ ਹੋਪ ਤੁਹਾਨੂੰ ਕਲੀਅਰ ਹੋਊਗਾ ਪਹਿਲਾ। ਸੈਕਿੰਡ ਹੈਗਾ ਆਪਣਾ ਸਰਕੂਲੇਟਰੀ ਸਿਸਟਮ, ਜਿਹਨੂੰ ਕਹਿ ਦਿੰਦੇ ਆ ਸੰਚਾਰ ਪ੍ਰਣਾਲੀ। ਹੁਣ ਇਹ ਪੁੱਛ ਸਕਦੇ ਆ ਕਿ ਜਿਹੜਾ ਸਰਕੂਲਰ ਸਿਸਟਮ ਹੈ ਉਹਦਾ ਕੰਮ ਕੀ ਹੈ, ਤਾਂ ਨਾਮ ਤੋਂ ਕਲੀਅਰ ਹੈ। ਸੰਚਾਰ ਪ੍ਰਣਾਲੀ ਦਾ ਕੰਮ ਕੀ ਹੋਊਗਾ, ਵੀ ਆਪਣੀ ਬੋਡੀ ਦੇ ਅੰਦਰ ਕੀ ਲੈ ਕੇ ਜਾਣਾ, ਫੂਡ ਲੈ ਕੇ ਜਾਣਾ, ਤੇ ਜਿਹੜੀ ਵੇਸਟੇਜ ਹੋਊਗੀ ਉਹਨੂੰ ਕੀ ਕਰਨਾ, ਬਾਹਰ ਕੱਢਣਾ, ਠੀਕ ਹੈ। ਤਾਂ ਇਹੀ ਲਿਖਿਆ ਹੋਇਆ, ਕਹਿੰਦਾ ਕੈਰੀਜ਼ ਫੂਡ, ਵਾਟਰ ਐਂਡ ਵੇਸਟ ਮਟੀਰੀਅਲ ਟੂ ਐਂਡ ਫਰੋਮ ਵੇਰੀਅਸ ਪਾਰਟ ਆਫ ਦਾ ਬੋਡੀ। ਮਤਲਬ ਕੀ ਆ ਕਿ ਸੰਚਾਰ ਪ੍ਰਣਾਲੀ ਸਰਕੂਲੇਟਰੀ ਸਿਸਟਮ ਦਾ ਕੰਮ ਕੀ ਆ, ਆਪਣੀ ਬੋਡੀ ਦੇ ਵਿੱਚ ਕੀ ਲੈ ਕੇ ਜਾਣਾ, ਭੋਜਨ, ਤੇ ਜਦੋਂ ਭੋਜਨ ਪਚ ਗਿਆ ਜਿਹੜੇ ਰਹਿੰਦ ਖੂੰਹਦ ਹੋਊਗੀ ਆਪਣੇ ਯੂਰੀਨ ਦੀ ਫਾਰਮ ਦੇ ਵਿੱਚ, ਉਹਨੂੰ ਕੀ ਕਰੂਗੀ, ਬਾਹਰ ਕੱਢ ਦੂਗੀ, ਠੀਕ ਹੈ। ਇਹ ਸਾਰਾ ਕੰਮ ਕਿਹਦਾ ਹੈ, ਸਰਕੂਲੇਟਰੀ ਸਿਸਟਮ ਦਾ ਕੰਮ ਹੈ। ਹੁਣ ਨੈਕਸਟ ਕਰਦੇ ਆ ਮੋਸਟ ਇੰਪੋਰਟੈਂਟ ਸਿਸਟਮ ਹੈਗਾ ਸਕੈਟਰਲ ਸਿਸਟਮ, ਜਿਹਨੂੰ ਕਹਿ ਦਿੰਦੇ ਆ ਪਿੰਜਰ ਸਿਸਟਮ। ਦੇਖੋ ਜੇ ਪਿੰਜਰ ਸਿਸਟਮ ਨਾ ਹੁੰਦਾ ਤਾਂ ਆਪਣੀ ਬੋਡੀ ਦੀ ਵੀ ਆਪਾਂ ਸ਼ੇਪ ਨਹੀਂ ਦੇ ਸਕਦੇ ਸੀਗੇ। ਆ ਤੁਸੀਂ ਦੇਖ ਰਹੇ ਹੋ, ਇਹ ਹੈ ਪਿੰਜਰ ਸਿਸਟਮ। ਪਿੰਜਰ ਤੋਂ ਬਿਨਾਂ ਕੀ ਆਪਣੀ ਬੋਡੀ ਨੂੰ ਕੀ ਆ, ਸ਼ੇਪ ਨਹੀਂ ਮਿਲ ਸਕਦੀ। ਤਾਂ ਪੁੱਛਿਆ ਜਾ ਸਕਦਾ ਕਿ ਆਪਣੀ ਬੋਡੀ ਨੂੰ ਸ਼ੇਪ ਦੇਣ ਵਾਸਤੇ ਕਿਹੜਾ ਸਿਸਟਮ ਹੈ, ਪੁੱਛ ਸਕਦੇ ਆ ਡਾਈਜੈਸਟਿਵ ਸਿਸਟਮ ਹੈ, ਸਕੈਟਲ ਸਿਸਟਮ ਹੈ, ਆਰਗਨ ਸਿਸਟਮ ਹੈ, ਫਲਾਨਾ ਸਿਸਟਮ ਹੈ। ਤਾਂ ਤੁਸੀਂ ਯਾਦ ਰੱਖਣਾ ਜਿਹੜਾ ਸਕੈਟਰਲ ਸਿਸਟਮ ਹੈ, ਜਿਹਨੂੰ ਪਿੰਜਰ ਸਿਸਟਮ ਕਹਿ ਦਿੰਦੇ ਆ, ਉਹ ਕੀ ਕਰਦਾ, ਆਪਣੀ ਬੋਡੀ ਨੂੰ ਇੱਕ ਪ੍ਰੋਪਰ ਸ਼ੇਪ ਦਿੰਦਾ ਹੈ, ਠੀਕ ਹੈ। ਨੈਕਸਟ ਸਿਸਟਮ ਹੈ ਡਾਈਜੈਸਟਿਵ ਸਿਸਟਮ, ਜਿਹਨੂੰ ਪਾਚਨ ਸਿਸਟਮ ਕਹਿ ਦਿੰਦੇ ਆ। ਹੁਣ ਦੇਖੋ ਨਾਮ ਤੋਂ ਹੀ ਕਲੀਅਰ ਹੈ, ਪਾਚਨ ਕਦੋਂ ਹੋਊਗਾ, ਮੰਨ ਲਓ ਆਪਾਂ ਰੋਟੀ ਖਾਂਦੇ ਹਾਂ ਜਾਂ ਕੋਈ ਵੀ ਫਰੂਟ ਖਾ ਰਹੇ ਹਾਂ,
ਤਾਂ ਉਹ ਇਹ ਨਹੀਂ ਕਿ ਜਿਸ ਜਿਸ ਅਮਾਊਂਟ ਦੇ ਵਿੱਚ ਆਪਾਂ ਖਾਦਾ, ਜਿਵੇਂ ਮੰਨ ਲਓ ਐਡੀ ਵੱਡੀ ਬੁਰਕੀ ਖਾਧੀ ਜਾਂ ਐਡਾ ਵੱਡਾ ਪੀਸ ਖਾਦਾ, ਇਹ ਨਹੀਂ ਕਿ ਪ੍ਰੋਪਰ ਇਦਾਂ ਹੀ ਜਾਊਗਾ, ਉਹ ਅੰਦਰ ਕੀ ਹੋ ਜਾਊਗਾ, ਟੁੱਟ ਕੇ ਛੋਟੇ ਛੋਟੇ ਟੁਕੜਿਆਂ ਦੇ ਵਿੱਚ ਹੋ ਜਾਊਗਾ, ਜਿਹਨੂੰ ਕਹਿ ਦਿੰਦੇ ਆ ਸਬਸਟੈਂਸ ਕਹਿ ਦਿੰਦੇ ਆ। ਜਿਵੇਂ ਆ ਲਿਖਿਆ ਹੋਇਆ ਨਾ, ਬ੍ਰੇਕ ਡਾਊਨ ਫੂਡ ਇਨਟੂ ਸਿੰਪਲਰ ਸਬਸਟੈਂਸ ਫॉर द ਬੋਡੀ ਟੂ ਅਬਜ਼ੌਰਬ, ਮਤਲਬ ਕਿ ਇੰਨੇ ਛੋਟੇ ਟੁਕੜਿਆਂ ਦੇ ਵਿੱਚ ਕਰ ਦਿੰਦਾ ਕਿ ਤਾਂ ਜੋ ਆਪਣੀ ਬੋਡੀ ਉਹਨੂੰ ਕੀ ਈਜ਼ੀਲੀ ਕੀ ਕਰ ਸਕੇ, ਡਾਈਜੈਸਟ ਕਰ ਸਕੇ, ਠੀਕ ਹੈ, ਪਚਾ ਸਕੇ, ਜਿਹਨੂੰ ਕਹਿ ਦਿੰਦੇ ਪੰਜਾਬੀ ਦੇ ਵਿੱਚ। ਤਾਂ ਉਹ ਸਾਰਾ ਕੰਮ ਕਿਹਦਾ ਹੈਗਾ, ਡਾਈਜੈਸਟਿਵ ਸਿਸਟਮ ਦਾ, ਜਿਹਨੂੰ ਕਹਿ ਦਿੰਦੇ ਆ ਪਾਚਨ ਸਿਸਟਮ। ਤਾਂ ਇਹਦੇ ਵਿੱਚ ਦੇਖੋ ਜਿਵੇਂ ਆਪਣਾ ਸਟੋਮਚ ਵਗੈਰਾ ਆ ਜਾਂਦਾ, ਸਮਾਲ ਇਨਸਟਾਈਨ ਆ ਜਾਂਦੀ ਆ, ਲਾਰਜ ਆ ਜਾਂਦੀ ਆ, ਠੀਕ ਹੈ, ਸਾਰਾ ਕੁਝ ਆਪਾਂ ਪੜ੍ਹਦੇ ਹਾਂ ਅੱਗੇ ਜਾ ਕੇ। ਹੁਣ ਆ ਆਪਣਾ ਨੈਕਸਟ ਬਹੁਤ ਇੰਪੋਰਟੈਂਟ ਸਿਸਟਮ ਹੈ ਸਾਹ ਪ੍ਰਣਾਲੀ। ਹੁਣ ਸਾਹ ਪ੍ਰਣਾਲੀ ਦਾ ਦੇਖੋ ਨਾਮ ਤੋਂ ਹੀ ਕਲੀਅਰ ਹੈ, ਇਹਦਾ ਕੰਮ ਕੀ ਹੋਊਗਾ, ਸਾਹ ਵਗੈਰਾ ਲੈਣ ਦੇ ਵਿੱਚ ਹੈਲਪ ਕਰੂਗੀ, ਠੀਕ ਹੈ, ਜਿਹਦੇ ਵਿੱਚ ਨੋਜ਼ ਹੋ ਗਿਆ, ਵਿੰਡ ਪਾਈਪ ਹੋ ਗਈ, ਲੰਗਸ ਹੋ ਗਈਆਂ। ਹਾਂ, ਇੱਕ ਕੁਐਸਚਨ ਪੁੱਛਿਆ ਗਿਆ ਕਿ ਜਿਹੜਾ ਸਾਹ ਪ੍ਰਣਾਲੀ ਦੇ ਵਿੱਚ ਸਭ ਤੋਂ ਮੇਨ ਆਰਗਨ ਕਿਹੜਾ ਹੈ, ਸਭ ਤੋਂ ਮੇਨ ਅੰਗ ਕਿਹੜਾ ਹੈ, ਤਾਂ ਲੰਗਸ ਹੁੰਦੀਆਂ ਨੇ। ਲੰਗਸ ਪਈਆਂ ਭਾਈ ਆ, ਜਿਨ੍ਹਾਂ ਦਾ ਕੰਮ ਕੀ ਹੁੰਦਾ, ਜਿਹੜੀ ਆਪਾਂ ਹਵਾ ਅੰਦਰ ਲੈ ਕੇ ਜਾ ਰਹੇ ਹਾਂ ਸਾਹ ਦੇ ਰਾਹੀਂ, ਉਹਨੂੰ ਫਿਲਟਰ ਕਰਨਾ, ਛਾਣਨੀ ਕਰਨਾ, ਜਿਹਨੂੰ ਆਪਾਂ ਕਹਿੰਦੇ ਨਾ ਪਿਓਰੀਫਾਈ ਕਰਨਾ। ਪਿਓਰੀਫਾਈ ਕਰਕੇ ਹਵਾ ਅੰਦਰ ਜਾਊਗੀ ਨਾ, ਜੇ ਮਿੱਟੀ ਦੇ ਕਾਰਨ ਸਾਰਾ ਕੁਝ ਅੰਦਰ ਜਾਊਗਾ ਤਾਂ ਆਪਣੇ ਬੋਡੀ ਸਿਸਟਮ ਕੀ ਹੋ ਜਾਊਗਾ, ਖਰਾਬ ਹੋ ਜਾਊਗਾ। ਤਾਂ ਲੰਗਸ ਦਾ ਹੀ ਕੰਮ ਹੁੰਦਾ ਸਾਰਾ। ਤਾਂ ਆ ਲਿਖਿਆ ਹੋਇਆ, ਕਹਿੰਦਾ ਫॉर ਬਰੀਥਿੰਗ ਟੂ ਟੇਕ ਆਕਸੀਜਨ ਨੀਡਡ ਬਾय ਦ ਬੋਡੀ ਐਂਡ ਗਿਵ ਆਊਟ ਅਨਵਾਂਟਿਡ ਕਾਰਬਨ ਡਾਈਆਕਸਾਈਡ। ਇਹ ਤਾਂ ਸਾਰਿਆਂ ਨੂੰ ਪਤਾ ਕਿ ਆਪਾਂ ਸਾਹ ਲੈਣ ਵਾਸਤੇ ਆਕਸੀਜਨ ਦੀ ਯੂਜ਼ ਕਰਦੇ ਹਾਂ, ਤੇ ਛੱਡਦੇ ਕੀ ਆਪਾਂ ਕਾਰਬਨ ਡਾਈਆਕਸਾਈਡ ਛੱਡਦੇ ਆਪਾਂ, ਠੀਕ ਹੈ। ਤੇ ਜਿਹੜੇ ਪੌਦੇ ਵਗੈਰਾ ਹੁੰਦੇ ਆ ਉਹ ਬਿਲਕੁਲ ਉਲਟ ਕਰਦੇ ਆ, ਠੀਕ ਹੈ, ਉਹ ਆਕਸੀਜਨ ਛੱਡਦੇ ਆ ਤੇ ਕਾਰਬਨ ਡਾਈਆਕਸਾਈਡ ਨੂੰ ਕੀ ਕਰਦੇ ਆ, ਅਬਜ਼ੌਰਬ ਕਰਦੇ ਆ। ਤਾਂ ਲੰਗਸ ਤੇ ਦਾ ਕੀ ਹੋ ਗਿਆ, ਮੇਨ ਆਰਗਨ ਹੋ ਗਿਆ ਕਿਹਦਾ, ਸਾਹ ਪ੍ਰਣਾਲੀ ਦਾ। ਆ ਦੇਖੋ ਲਿਖਿਆ ਹੀ ਹੋਇਆ, ਦਾ ਮੇਨ ਆਰਗਨ ਇਨ ਦਾ ਰੈਸਪੀਰੇਟਰੀ ਸਿਸਟਮ ਇਜ਼ ਦਾ। ਤਾਂ ਤੁਹਾਨੂੰ ਮੈਂ ਦੱਸ ਕੇ ਹਟਿਆ ਕਿ ਸਾਹ ਪ੍ਰਣਾਲੀ ਦਾ ਜਿਹੜਾ ਮੇਨ ਅੰਗ ਕਿਹੜਾ ਹੈ, ਲੰਗਸ, ਠੀਕ ਹੈ। ਤਾਂ ਯਾਦ ਰੱਖਣਾ, ਦੇਖੋ ਸਿੰਪਲ ਕੁਐਸਚਨ ਪੁੱਛਿਆ ਜਾਊਗਾ, ਕੋਈ ਜ਼ਿਆਦਾ ਡੀਪਲੀ ਨਹੀਂ ਆਊਗਾ, ਤਾਂ ਸਿੰਪਲ ਬੇਸਿਕ ਹੀ ਨੇ ਸਾਰੇ। ਹੁਣ ਆਪਾਂ 1 ਬਾਏ 1 ਪੜ੍ਹਦੇ ਹਾਂ। ਅੱਗੇ ਹੈਗਾ ਡਾਈਜੈਸਟਿਵ ਸਿਸਟਮ। ਡਾਈਜੈਸਟਿਵ ਸਿਸਟਮ ਬਹੁਤ ਮੇਨ ਇੰਪੋਰਟੈਂਟ ਹੋ ਜਾਂਦਾ ਹੈ ਕਿ ਆਪਾਂ ਕਿਵੇਂ ਰੋਟੀ ਵਗੈਰਾ ਖਾਂਦੇ ਹਾਂ ਤੇ ਕਿਵੇਂ ਉਹ ਆਪਣੇ ਸਰੀਰ ਦੇ ਵਿੱਚ ਬ੍ਰੇਕਡਾਊਨ ਹੁੰਦਾ ਹੈ। ਤਾਂ ਲਿਖਿਆ ਹੋਇਆ ਦੇਖੋ, ਡਾਈਜੈਸਟਿਵ ਸਿਸਟਮ ਦਾ ਕੰਮ ਕੀ ਹੈ, ਦਾ ਫੂਡ ਵੀ ਈਟ ਮਸਟ ਬੀ ਬ੍ਰੋਕਨ ਡਾਊਨ ਇਨਟੂ ਦਾ ਸਿੰਪਲਰ ਸਬਸਟੈਂਸ ਨੋਨ ਐਜ਼ ਨਿਊਟ੍ਰੀਐਂਟਸ, ਠੀਕ ਹੈ। ਜਿਹੜੇ ਆਪਾਂ ਦੇਖੋ ਆਪਾਂ ਕਹਿੰਦੇ ਨਾ ਕਿ ਬੋਡੀ ਵਾਸਤੇ ਨਿਊਟ੍ਰੀਐਂਟ ਵਗੈਰਾ ਇੰਪੋਰਟੈਂਟ ਹੁੰਦੇ ਆ, ਜਿਹੜਾ ਆਪਾਂ ਫੂਡ ਖਾਂਦੇ ਆ ਉਹਦੇ ਵਿੱਚ ਜਿਹੜੀ ਚੰਗੀ ਚੀਜ਼ ਹੋਊਗੀ ਉਹ ਬੋਡੀ ਅਬਜ਼ੌਰਬ ਕਰ ਲੂਗੀ, ਜਿਹੜੀ ਰਹਿੰਦ ਖੂੰਹਦ ਹੋਊਗੀ ਉਹਨੂੰ ਕੀ ਕਰ ਦੂਗੀ, ਬਾਹਰ ਕੱਢ ਦੂਗੀ, ਠੀਕ ਹੈ। ਤੇ ਹੁਣ ਇਹਦੇ ਵਿੱਚ ਇਹ ਕਾਫੀ ਕੰਪਲੈਕਸ ਹੁੰਦਾ ਡਾਈਜੈਸਟਿਵ ਸਿਸਟਮ, ਹੈ ਨਾ। ਤੇ ਇਹ ਆਪਾਂ ਪੜ੍ਹਦੇ ਹਾਂ ਕੱਲਾ ਕੱਲਾ। ਆਹ ਪੜ੍ਹ ਲਿਓ, ਪੰਜਾਬੀ ਦੇ ਵਿੱਚ ਮੈਂ ਲਿਖਿਆ ਹੋਇਆ ਇੱਥੇ ਤੁਹਾਡੇ ਵਾਸਤੇ, ਠੀਕ ਹੈ। ਪੰਜਾਬੀ ਦੇ ਵਿੱਚ ਤੁਸੀਂ ਇਹਨੂੰ ਪੜ੍ਹ ਲਿਓ ਵੀ ਪਾਚਨ ਸਿਸਟਮ ਹੁੰਦਾ ਕੀ ਹੈ, ਕਿਵੇਂ ਕੰਮ ਕਰਦਾ। ਇਸ ਦੇ ਵਿੱਚ ਇੱਕ ਤੋਂ ਵੱਧ ਅੰਗ ਸ਼ਾਮਲ ਹੁੰਦੇ ਆ, ਯਾਦ ਰੱਖਿਓ, ਠੀਕ ਹੈ। ਡਾਈਜੈਸਟਿਵ ਸਿਸਟਮ ਦੇ ਵਿੱਚ ਆ ਦੇਖੋ, ਕਈ ਕਹਿੰਦਾ ਵੀ ਦਾ ਫੂਡ ਪਾਸਿਸ ਥਰੂ ਏ ਕੰਟੀਨਿਊਸ ਕਨਾਲ ਵਿਚ ਇਜ਼ ਡਿਵਾਈਡਡ ਇਨਟੂ ਵੇਰੀਅਸ ਕੰਪਾਰਟਮੈਂਟ। ਮਤਲਬ ਕਿ ਇੱਥੋਂ ਲੈ ਕੇ ਐਂਡ ਤੱਕ ਜਿਹੜਾ ਫੂਡ ਪਾਈਪ ਹੁੰਦੀ ਹੈ, ਠੀਕ ਹੈ, ਉਹਦੇ ਵਿੱਚ ਵੱਖਰੇ ਵੱਖਰੇ ਅੰਗ ਹੁੰਦੇ ਨੇ ਜਿੱਥੋਂ ਫੂਡ ਕੀ ਹੁੰਦਾ, ਪਾਸ ਹੁੰਦਾ ਹੈ। ਤਾਂ ਇਹ ਕੱਲਾ ਕੱਲਾ ਅੰਗ ਆਪਾਂ ਪੜ੍ਹਦੇ ਹਾਂ ਕੀ ਹੁੰਦਾ। ਦੇਖੋ ਆਹ ਜਿਹੜੀ ਡਾਇਆਗਰਾਮ ਪਈ ਆ, ਇਹਦਾ ਮੋਸਟ ਇੰਪੋਰਟੈਂਟ ਡਾਇਆਗਰਾਮ ਹੈ, ਇਹਦੇ ਵਿੱਚੋਂ ਇੱਕ ਨਾ ਇੱਕ ਕੁਐਸਚਨ ਪੁੱਛਿਆ ਜਾਊਗਾ, ਠੀਕ ਹੈ। ਹੁਣ ਸਭ ਤੋਂ ਪਹਿਲਾ ਸਿਸਟਮ ਇਹ ਆ ਕਿ ਜਦੋਂ ਆਪਾਂ ਰੋਟੀ ਖਾਂਦੇ ਸਭ ਤੋਂ ਪਹਿਲਾਂ ਆਪਾਂ ਕਿੱਥੋਂ ਐਂਟਰ ਕਰਦੇ ਹਾਂ ਰੋਟੀ ਵਗੈਰਾ, ਫੂਡ ਵਗੈਰਾ, ਤਾਂ ਮਾਊਥ ਤੋਂ ਐਂਟਰ ਕਰਦੇ ਹਾਂ। ਇਹ ਯਾਦ ਰੱਖਣਾ, ਕਈ ਵਾਰ ਪੁੱਛ ਲੈਂਦਾ ਕਿ ਐਂਟਰਿੰਗ ਪੁਆਇੰਟ ਪੁੱਛ ਲੂਗਾ ਤੇ ਐਂਡ ਪੁਆਇੰਟ ਪੁੱਛ ਲੂਗਾ। ਐਂਡ ਪੁਆਇੰਟ ਹੁੰਦਾ ਰੈਕਟਮ ਹੁੰਦਾ, ਜਿਹਨੂੰ ਆਪਾਂ ਗੁੱਦਾ ਕਹਿ ਦਿੰਦੇ ਹਾਂ, ਜਿੱਥੋਂ ਵੇਸਟ ਮਟੀਰੀਅਲ ਵਗੈਰਾ ਬਾਹਰ ਨਿਕਲਦਾ ਆਪਣੇ ਬੋਡੀ ਦਾ। ਤਾਂ ਮਾਊਥ ਹੋ ਗਿਆ, ਮਾਊਥ ਤੋਂ ਬਾਅਦ ਕਿੱਥੇ ਜਾਂਦਾ, ਆਪਣੇ ਗਿਲਟ ਦੇ ਵਿੱਚ ਜਾਂਦਾ, ਠੀਕ ਹੈ। ਗਿਲਟ ਹੁੰਦਾ ਗਲਾ ਆਪਣਾ, ਠੀਕ ਹੈ, ਗਲੇ ਦੇ ਵਿੱਚ ਜਾਂਦਾ। ਉਸ ਤੋਂ ਬਾਅਦ ਕਿੱਥੇ ਜਾਂਦਾ, ਸਟੋਮਚ ਦੇ ਵਿੱਚ ਜਾਂਦਾ, ਪੇਟ ਦੇ ਵਿੱਚ। ਪੇਟ ਤੋਂ ਬਾਅਦ ਜਾਂਦਾ ਸਮਾਲ ਇੰਟੈਸਟਾਈਨ ਦੇ ਵਿੱਚ ਜਾਂਦਾ, ਛੋਟੀਆਂ ਅੰਤੜੀਆਂ ਜਿਹਨੂੰ ਕਹਿ ਦਿੰਦੇ। ਉਸ ਤੋਂ ਬਾਅਦ ਲਾਰਜ ਇੰਟੈਸਟਾਈਨ ਦੇ ਵਿੱਚ ਜਾਂਦਾ। ਉਸ ਤੋਂ ਬਾਅਦ ਕਿੱਥੇ ਜਾਂਦਾ, ਰੈਕਟਮ 'ਚ ਜਾਂਦਾ। ਤਾਂ ਯਾਦ ਰੱਖਣਾ, ਇਹ ਸਿੰਪਲ ਜਿਹੜਾ ਬਣਾਇਆ ਹੋਇਆ ਮੈਂ 1 ਬਾਏ 1, ਇਹ ਤੁਸੀਂ ਇਹਨੂੰ ਡਾਇਆਗਰਾਮ ਨੂੰ ਆਪਣੇ ਦਿਮਾਗ 'ਚ ਰੱਖ ਕੇ ਚੱਲਣਾ, ਠੀਕ ਹੈ। ਨਾਲ ਆ ਦੇਖੋ, ਆਹ ਡਾਇਆਗਰਾਮ ਵੀ ਤੁਹਾਡੇ ਦਿਮਾਗ 'ਚ ਹੋਣੀ ਚਾਹੀਦੀ ਹੈ। ਹੁਣ ਕੁਐਸਚਨ ਬਣਦਾ ਕਿਵੇਂ ਆ, ਕੁਐਸਚਨ ਇੱਦਾਂ ਬਣਿਆ ਹੋਇਆ, ਕਹਿੰਦਾ ਵਿਚ ਆਰਗਨ ਬਿਲੋਂਗ ਟੂ ਦਾ ਡਾਈਜੈਸਟਿਵ ਸਿਸਟਮ। ਹੁਣ ਇਹ ਵੀ ਪੁੱਛ ਸਕਦਾ ਵੀ ਕਿਹੜਾ ਆਰਗਨ ਇਹਨਾਂ ਵਿੱਚੋਂ ਡਾਈਜੈਸਟਿਵ ਸਿਸਟਮ ਦੇ ਵਿੱਚ ਆਉਂਦਾ ਹੈ। ਤਾਂ ਤੁਹਾਨੂੰ ਪਤਾ ਕਿ ਨਾ ਤਾਂ ਥਾਈਮਸ ਆਉਂਦੇ ਆ, ਨਾ ਹਾਰਟ ਆਉਂਦਾ, ਤਾਂ ਕੀ ਆਉਂਦਾ, ਸਟੋਮਚ ਆਉਂਦਾ ਹੈ। ਤਾਂ ਤੁਹਾਨੂੰ ਹੁਣੇ ਮੈਂ ਪੜ੍ਹਾ ਕੇ ਹਟਾਂ, ਦੇਖੋ ਪਿੱਛੇ ਕਿਹੜੇ ਕਿਹੜੇ ਆਉਂਦੇ ਆ। ਦੇਖੋ ਸਟੋਮਚ ਆਉਂਦਾ ਨਾ, ਆ ਦੇਖੋ ਯਾਦ ਰੱਖਣੇ ਆ, ਮਾਊਥ ਪੁੱਛ ਸਕਦਾ, ਗਿਲਟ ਪੁੱਛ ਸਕਦਾ, ਸਟੋਮਚ ਪੁੱਛ ਸਕਦਾ, ਸਮਾਲ ਇੰਟੈਸਟਾਈਨ, ਲਾਰਜ ਪੁੱਛ ਸਕਦਾ। ਤਾਂ ਤੁਸੀਂ ਯਾਦ ਰੱਖਣਾ ਕਿਹੜੇ ਕਿਹੜੇ ਦੇ ਅੰਡਰ ਆਉਂਦੇ ਨੇ। ਤਾਂ ਸਟੋਮਚ ਇਜ਼ ਦਾ ਰਾਈਟ ਆਨਸਰ। ਨਾਲ ਕੁਐਸਚਨ ਤੁਹਾਨੂੰ ਇਹ ਪੁੱਛ ਸਕਦਾ, ਸਿੰਪਲ ਕੁਐਸਚਨ, ਡਾਈਜੈਸ਼ਨ ਬਿਗੇਨਸ ਇਨ ਦਾ, ਵੀ ਜਿਹੜਾ ਡਾਈਜੈਸ਼ਨ ਜਿਹੜੇ ਆਪਾਂ ਕਰਦੇ ਹਾਂ, ਹੈ ਨਾ, ਪਾਚਨ ਕਰਦੇ ਹਾਂ, ਉਹ ਕਿੱਥੋਂ ਸਟਾਰਟ ਹੁੰਦਾ। ਤਾਂ ਤੁਹਾਨੂੰ ਪਤਾ ਲਾਰਜ ਇੰਟੈਸਟਾਈਨ ਤੋਂ ਨਹੀਂ ਹੁੰਦਾ, ਸਟੋਮਚ ਤੋਂ ਨਹੀਂ ਹੁੰਦਾ, ਸਮਾਲ ਤੋਂ ਹੁੰਦਾ। ਕਿੱਥੋਂ ਸਟਾਰਟ ਹੁੰਦਾ, ਪਹਿਲਾਂ ਮਾਊਥ ਤੋਂ ਸਟਾਰਟ ਹੁੰਦਾ ਨਾ। ਐਂਟਰ ਕਿੱਥੋਂ ਕਰਦੇ ਆਪਾਂ, ਮਾਊਥ ਤੋਂ ਕਰਦੇ ਹਾਂ, ਉਸ ਤੋਂ ਬਾਅਦ ਹੀ ਪਹੁੰਚਦਾ ਨਾ। ਤਾਂ ਠੀਕ ਹੈ। ਅਤੇ ਜਿਹੜੀ ਮੈਂ ਆਹ ਕਰਵਾਇਆ ਹੋਇਆ ਤੁਹਾਨੂੰ ਸਿਸਟਮ, ਇਹ ਯਾਦ ਰੱਖੋ। ਦੇਖੋ ਮਾਊਥ ਤੋਂ ਬਾਅਦ ਕਿੱਥੇ ਪਹੁੰਚਦਾ, ਗਿਲਟ ਦੇ ਵਿੱਚ, ਫਿਰ ਸਟੋਮਚ ਦੇ ਵਿੱਚ, ਫਿਰ ਸਮਾਲ ਤੇ ਲਾਰਜ, ਲਾਸਟ ਦੇ ਵਿੱਚ ਰੈਕਟਮ 'ਤੇ ਜਾਂਦਾ। ਤਾਂ ਇਹ ਕਿਤੋਂ ਵੀ ਕੁਐਸਚਨ ਪੁੱਛ ਸਕਦਾ ਕਿ ਪਹਿਲਾਂ ਕਿੱਥੇ ਜਾਂਦਾ, ਬਾਅਦ 'ਚ ਕਿੱਥੇ ਜਾਂਦਾ।
ਬਾਕੀ ਹੋਰ ਡਿਟੇਲ ਦੇ ਵਿੱਚ ਪੜ੍ਹ ਲੈਂਦੇ ਆਪਾਂ ਕਿਵੇਂ ਕਿਵੇਂ ਇਹ ਕੰਮ ਕਰਦੀ ਆ ਆਪਣੀ ਬੋਡੀ। ਜਿਹੜਾ ਡਾਈਜੈਸਟਿਵ ਸਿਸਟਮ ਹੈ, ਸਭ ਤੋਂ ਪਹਿਲਾ ਪਾਰਟ ਆ ਜਾਂਦਾ ਬਕਲ ਕੈਵਿਟੀ। ਬਕਲ ਕੈਵਿਟੀ ਦਾ ਕੰਮ ਕੀ ਹੁੰਦਾ, ਜਿਵੇਂ ਬਕਲ ਕੈਵਿਟੀ ਦੇ ਵਿੱਚ ਕੀ ਕਰਦੇ ਆਪਾਂ, ਜਿਹੜਾ ਚਬਾਉਂਦੇ ਆ ਭੋਜਨ ਨੂੰ, ਹੈ ਨਾ, ਕਿਉਂ ਚਬਾਉਂਦੇ ਆ? ਦੰਦਾਂ ਦੇ ਰਾਹੀਂ, ਕਿਉਂਕਿ ਛੋਟੇ ਛੋਟੇ ਟੁਕੜਿਆਂ ਦੇ ਵਿੱਚ ਕੀ ਹੋ ਜਾਊਗਾ, ਉਹ ਭੋਜਨ ਟੁੱਟ ਜਾਊਗਾ, ਤਾਂ ਜੋ ਆਪਣੀ ਬੋਡੀ ਈਜ਼ੀਲੀ ਕੀ ਕਰ ਲਵੇ, ਉਹਨੂੰ ਅਬਜ਼ੋਰਬ ਕਰ ਲਵੇ, ਪਾਚਨ ਕਰ ਲਵੇ। ਠੀਕ ਹੈ, ਤਾਂ ਪੁੱਛ ਸਕਦਾ ਕਿ ਜਿਹੜਾ ਭੋਜਨ ਸਮੋਲਰ ਪੀਸ ਦੇ ਵਿੱਚ ਟੁੱਟਦਾ ਉਹ ਕਿੱਥੇ ਟੁੱਟਦਾ, ਤਾਂ ਤੁਸੀਂ ਯਾਦ ਰੱਖਣਾ ਉਹਦਾ ਨਾਮ ਕੀ ਹੁੰਦਾ, ਬਕਲ ਕੈਵਿਟੀ। ਨੈਕਸਟ ਹੈਗਾ ਫੂਡ ਪਾਈਪ, ਜਿਹਨੂੰ ਔਸੋਫਗਸ ਬੋਲ ਦਿੰਦੇ ਆ। ਠੀਕ ਹੈ, ਫੂਡ ਪਾਈਪ ਦਾ ਕੰਮ ਕੀ ਹੁੰਦਾ, ਜਿਹੜਾ ਨਿਗਲਿਆ ਹੋਇਆ ਭੋਜਨ ਫੂਡ ਪਾਈਪ ਰਾਹੀਂ ਜਾਂਦਾ ਹੈ। ਹੁਣ ਆਪਾਂ ਨਿਗਲ ਲੈਂਦੇ ਨੇ ਇੱਕ ਤਰ੍ਹਾਂ ਹੈ ਨਾ, ਸੋਇਲਡ ਕਰ ਲੈਂਦੇ ਹਾਂ ਫੂਡ, ਤਾਂ ਉਹ ਨਿਗਲਿਆ ਹੋਇਆ ਭੋਜਨ ਕਿੱਥੇ ਜਾਂਦਾ, ਫੂਡ ਪਾਈਪ ਦੇ ਵਿੱਚ ਜਾਂਦਾ ਹੈ। ਠੀਕ ਹੈ, ਸਭ ਜ਼ਿਆਦਾ ਇਹਦੇ ਬਸ ਮਤਲਬ ਡਿਟੇਲ 'ਚ ਨਹੀਂ ਜਾਣਾਗਾ, ਸਿੰਪਲ ਪੜ੍ਹੀ ਜਾਣਾ। ਗਾਂ ਅੱਗੇ ਜਾਂਦਾ ਆਪਣੇ ਪੇਟ ਦੇ ਵਿੱਚ, ਸਟੋਮਚ ਦੇ ਵਿੱਚ। ਇਹ ਕੀ ਕਰਦਾ, ਇਹਦਾ ਕੰਮ ਜਸਟ ਇਹ ਹੁੰਦਾ ਕਿ ਇੱਕ ਸਿਰੇ ਤੋਂ ਇਹ ਫੂਡ ਪਾਈਪ ਤੋਂ ਭੋਜਨ ਪ੍ਰਾਪਤ ਕਰਦਾ ਹੈ, ਤੇ ਦੂਜੇ ਸਿਰੇ ਕਿੱਥੇ ਖੁੱਲਦਾ ਹੈ, ਛੋਟੀ ਅੰਤੜੀ ਕੋਲੇ ਖੁੱਲਦਾ ਹੈ। ਬਸ ਇਹ ਯਾਦ ਰੱਖਣਾ ਕਿ ਇਹ ਸੈਕਿੰਡ ਪਾਰਟ ਇਹ ਖੁੱਲਦਾ ਕਿੱਥੇ ਹੈ, ਉਹ ਤੁਹਾਨੂੰ ਮਤਲਬ ਕਨਫਿਊਜ਼ ਕਰਨ ਵਾਸਤੇ ਲਾਰਜ ਇੰਸਟਾਈਨ ਸਮੌਲ ਇੰਸਟਾਈਨ ਲਿਖ ਦੂਗਾ, ਤਾਂ ਤੁਸੀਂ ਯਾਦ ਰੱਖਣਾ ਛੋਟੀ ਅੰਤੜੀ ਵਾਲੀ ਸਾਈਡ ਖੁੱਲਦਾ ਹੈ। ਇਹ ਜਿਹੜਾ ਸੀਰੀਅਲ ਆਰਡਰ ਚੱਲ ਰਿਹਾ ਹੈ ਯਾਦ ਰੱਖਣਾ, ਜਿਹੜਾ ਮੈਂ ਕਰਵਾਇਆ ਮਾਊਥ ਤੋਂ ਲੈ ਕੇ ਗਿਲਟ, ਗਿਲਟ ਤੋਂ ਲੈ ਕੇ ਸਟੋਮਚ, ਸਟੋਮਚ ਤੋਂ ਸਮੌਲ ਇੰਸਟਾਈਨ। ਹੁਣ ਸਮੌਲ ਇੰਸਟਾਈਨ ਦੇ ਵਿੱਚ ਕੀ ਕਰਦਾ ਹੈ, ਜਿਗਰ ਤੋਂ ਤੇ ਪਾਚਕ ਤੋਂ ਪਾਚਨ ਪ੍ਰਦਾਨ ਪ੍ਰਾਪਤ ਕਰਦੀ ਹੈ। ਹੁਣ ਇਹਦਾ ਕੰਮ ਕੀ ਹੁੰਦਾ, ਜਿਹੜਾ ਇਹਦਾ ਕੰਮ ਹੁੰਦਾ, ਦੇਖੋ ਕੁਐਸਚਨ ਬਹੁਤ ਵਾਰ ਆਇਆ ਹੋਇਆ ਹੈ ਕਿ ਸਭ ਤੋਂ ਵੱਡਾ ਆਰਗਨ ਕਿਹੜਾ ਹੈ, ਜਾਂ ਸਭ ਤੋਂ ਲਾਰਜੈਸਟ ਗਲੈਂਡ ਆਫ ਦਾ ਬੋਡੀ ਕਿਹੜਾ ਹੈ, ਤਾਂ ਲਿਵਰ, ਜਿਹਨੂੰ ਆਪਾਂ ਜਿਗਰ ਕਹਿ ਦਿੰਦੇ ਹਾਂ। ਲਿਵਰ ਸਭ ਤੋਂ ਵੱਡਾ ਕਿਹੜਾ ਹੈ, ਲਾਰਜੈਸਟ ਗਲੈਂਡ ਆਫ ਆਵਰ ਬੋਡੀ। ਇਹ ਕੁਐਸਚਨ ਆਊਗਾ 101% ਪੇਪਰ ਦੇ ਵਿੱਚ। ਠੀਕ ਹੈ, ਇਹ ਜਿਹੜੀ ਸਮੌਲ ਇੰਸਟਾਈਨ ਹੈ ਇਹ ਕੀ ਕਰਦੀ ਹੈ, ਇਹ ਜਿਗਰ ਤੋਂ ਹੀ ਆਪਣਾ ਜਿਹੜਾ ਲੈਂਦੀ ਆ ਪਾਚਨ ਕਰਨ ਦੀ ਸ਼ਕਤੀ। ਠੀਕ ਹੈ, ਜਿਹਨੂੰ ਪਾਚਕ ਕਹਿ ਦਿੰਦੇ ਆ। ਤਾਂ ਇਹ ਲਾਰਜ ਗਲੈਂਡ ਕਿਹੜਾ ਹੋ ਗਿਆ, ਆਪਣਾ ਜਿਗਰ, ਜਿਹਦਾ ਕੰਮ ਕੀ ਹੁੰਦਾ, ਜਿਵੇਂ ਪੇਟ ਦੇ ਵਿੱਚ ਜਿਹੜੀ ਚਰਬੀ ਵਗੈਰਾ ਹਜਮ ਕਰਨ ਦੇ ਵਿੱਚ ਉਹ ਸਹਾਇਤਾ ਕਰਦਾ ਹੈ। ਠੀਕ ਹੈ, ਜਿਵੇਂ ਠੀਕ ਹੈ ਜਿਹੜੀ ਚਰਬੀ ਹੋਊਗੀ ਉਹਨੂੰ ਡਾਈਜੈਸਟ ਵੀ ਤਾਂ ਕਰਨਾ ਨਾ, ਤਾਂ ਹੀ ਡਾਈਜੈਸਟ ਕਰਨ ਤੋਂ ਬਾਅਦ ਜਿਹੜਾ ਰਹਿੰਦ ਖੂੰਹਦ ਹੋਊਗੀ ਉਹਨੂੰ ਕੀ ਕਰ ਦੂਗੀ, ਬਾਹਰ ਕੱਢ ਦੂਗੀ। ਤਾਂ ਯਾਦ ਰੱਖਣਾ ਇੱਥੋਂ ਸਿੰਪਲ। ਉਸ ਤੋਂ ਬਾਅਦ ਆ ਗਈ ਲਾਰਜ ਇੰਸਟਾਈਨ। ਲਾਰਜ ਇੰਸਟਾਈਨ ਦਾ ਕੰਮ ਕੀ ਆ, ਇਹ ਖਾਣ ਪੀਣ ਵਾਲੇ ਕਹਿੰਦਾ ਭੋਜਨ ਪਦਾਰਥ ਤੋਂ ਕੀ ਕਰ ਲੈਂਦੀ ਆ, ਜਿਹੜੇ ਜ਼ਰੂਰੀ ਤੱਤ ਹੁੰਦੀ ਆ, ਜਿਵੇਂ ਪਾਣੀ ਤੋਂ ਕੁਝ ਲੂਣ ਜਜ਼ਬ ਕਰ ਲੈਂਦੀ ਆ, ਬਾਕੀ ਰਹਿੰਦ ਖੂੰਹਦ ਨੂੰ ਕੀ ਕਰਦੀ ਆ, ਠੋਸ ਮੂਤਰ ਦੇ ਰੂਪ ਦੇ ਵਿੱਚ ਕੀ ਕਰਦੀ ਆ, ਬਾਹਰ ਕੱਢ ਦਿੰਦੀ ਆ। ਤੇ ਜਦੋਂ ਬਾਹਰ ਕੱਢ ਦਿੰਦੀ ਆ, ਲਾਸਟ ਦੇ ਵਿੱਚ ਕੀ ਹੁੰਦਾ, ਰੈਕਟਮ, ਜਿਹਨੂੰ ਅੰਸ ਵੀ ਕਹਿ ਦਿੰਦੇ ਆ। ਰੈਕਟਮ ਦਾ ਕੰਮ ਕੀ ਹੁੰਦਾ, ਜਿਹੜਾ ਵੇਸਟ ਮਟੀਰੀਅਲ ਆ ਉਹਨੂੰ ਕੀ ਕਰੂਗਾ, ਬਾਹਰ ਕੱਢ ਦੂਗਾ, ਰੈਕਟਮ ਵਗੈਰਾ। ਠੀਕ ਹੈ, ਆਈ ਹੋਪ ਤੁਹਾਨੂੰ ਡਾਈਜੈਸਟਿਵ ਸਿਸਟਮ ਬਹੁਤ ਚੰਗੀ ਤਰ੍ਹਾਂ ਸਮਝ ਆ ਗਿਆ ਹੋਊਗਾ, ਕਿਹੜੇ ਕਿਹੜੇ ਇਹਦੇ ਪਾਰਟ ਹੁੰਦੇ ਨੇ, ਕਿਹੜੇ ਕਿਹੜੇ ਆਰਗਨ ਦਾ ਕੀ ਕੀ ਕੰਮ ਹੈ, ਤੁਸੀਂ ਇਹਨੂੰ ਈਜ਼ੀਲੀ ਯਾਦ ਰੱਖਣਾ। ਹੁਣ ਆਹ ਦੇਖੋ ਕੁਐਸਚਨ ਫੇਰ ਪੁੱਛਿਆ ਹੋਇਆ, ਸਿੰਪਲ ਕੁਐਸਚਨ ਕਹਿੰਦਾ ਜਿਹੜਾ ਵਾਟਰ ਹੋ ਗਿਆ, ਯੂਰੀਆ ਹੋ ਗਿਆ, ਤੇ ਵੇਸਟ ਜਿਹੜੇ ਮਟੀਰੀਅਲ ਹੈਗਾ, ਜਿਹੜਾ ਫਲੂਇਡ ਦੇ ਰੂਪ ਦੇ ਵਿੱਚ ਬਾਹਰ ਆਉਂਦਾ ਹੈ, ਉਹਨੂੰ ਕੀ ਕਹਿੰਦੇ ਆ? ਤਾਂ ਤੁਹਾਨੂੰ ਪਤਾ ਕਿ ਜਿਹੜਾ ਮੂਤਰ ਹੁੰਦਾ, ਜਿਹਨੂੰ ਯੂਰੀਨ ਕਹਿ ਦਿੰਦੇ ਆ, ਹੈ ਨਾ, ਤਾਂ ਉਹੀ ਆਉਂਦਾ ਨਾ ਆਪਣਾ, ਮਤਲਬ ਕਿ ਲਿਕੁਇਡ ਦੀ ਫਾਰਮ ਦੇ ਵਿੱਚ ਬਾਹਰ ਆ ਜਾਂਦਾ ਹੈ, ਤਾਂ ਉਹ ਆਨਸਰ ਹੋਊਗਾ ਰਾਈਟ, ਯੂਰੀਨ। ਹੁਣ ਨੈਕਸਟ ਹੈਗਾ ਮੋਸਟ ਇੰਪੋਰਟੈਂਟ ਆਪਣਾ ਸਿਸਟਮ ਹੈਗਾ ਸਕੈਟਲਟ ਸਿਸਟਮ, ਜਿਹਨੂੰ ਕਹਿ ਦਿੰਦੇ ਆ ਪਿੰਜਰ ਸਿਸਟਮ। ਪਿੰਜਰ ਸਿਸਟਮ ਦਾ ਕੰਮ ਕੀ ਹੁੰਦਾ ਹੈ ਜੀ, ਬੇਸਿਕਲੀ ਜਿਹੜੀ ਆਪਣੀਆਂ ਬੋਨਸ ਹੁੰਦੀਆਂ ਬੋਡੀ ਦੇ ਵਿੱਚ, ਉਹ ਕਨੈਕਟ ਹੋ ਕੇ ਇੱਕ ਫਾਰਮ ਬਣਾਉਂਦੀਆਂ, ਫਾਰਮ ਮਤਲਬ ਇੱਕ ਸ਼ੇਪ ਬਣਾਉਂਦੀਆਂ, ਉਹ ਸ਼ੇਪ ਨੂੰ ਕੀ ਕਹਿ ਦਿੰਦੇ ਆ, ਸਕੈਲਟਨ ਕਹਿ ਦਿੰਦੇ ਆ। ਠੀਕ ਹੈ, ਇਹ ਆਪਣਾ ਹੈਲਪ ਕਰਦਾ ਬੋਡੀ ਨੂੰ ਸ਼ੇਪ ਕਰਨ ਵਾਸਤੇ, ਸਪੋਰਟ ਕਰਨ ਵਾਸਤੇ, ਬੋਡੀ ਨੂੰ ਇਹ ਵੱਖਰੇ ਵੱਖਰੇ ਜਿਹੜੇ ਅੰਗ ਹੈਗੇ ਉਹਨੂੰ ਪ੍ਰੋਟੈਕਟ ਕਰਨ ਵਾਸਤੇ ਕੰਮ ਆਉਂਦਾ ਹੈ। ਠੀਕ ਹੈ, ਜਿਵੇਂ ਹੁਣ ਮੰਨ ਲਓ ਆਪਣੀ ਜਿਹੜੀ ਬੈਕਬੋਨ ਹੈ ਆਪਣੀ, ਉਹ ਕੀ ਕਰਦੀ ਹੈ, ਆਪਣੀ ਬੋਡੀ ਨੂੰ ਸਪੋਰਟ ਕਰਦੀ ਹੈ, ਰੀੜ੍ਹ ਦੀ ਹੱਡੀ। ਜੇ ਰੀੜ੍ਹ ਦੀ ਹੱਡੀ ਨਹੀਂ ਹੋਊਗੀ ਤਾਂ ਬੋਡੀ ਆਪਣੀ ਖੜੀ ਨਹੀਂ ਹੋ ਸਕਦੀ। ਤੁਸੀਂ ਦੇਖਿਆ ਹੋਊਗਾ ਬਜ਼ੁਰਗਾਂ ਦੇ ਵਿੱਚ ਕੀ ਹੁੰਦਾ, ਰੀੜ੍ਹ ਦੀ ਹੱਡੀ ਬੈਂਡ ਹੋ ਜਾਂਦੀ ਹੈ, ਤਾਂ ਕਰਕੇ ਉਹ ਕੀ ਕਹਿੰਦੇ, ਝੁਕ ਜਾਂਦੇ ਆ। ਤਾਂ ਰਿਬ ਕੇਜ ਦਾ ਕੀ ਹੁੰਦਾ ਕਿ ਇਹ ਪ੍ਰੋਟੈਕਟ ਕਰਦਾ ਆਪਣੇ ਲੰਗਸ ਤੇ ਹਾਰਟ ਨੂੰ। ਮੈਂ ਦੱਸੂਗਾ ਕੀ ਹੁੰਦਾ ਰਿਬ ਕੇਜ ਤੁਹਾਨੂੰ ਅੱਗੇ, ਮੈਂ ਪਿਕਚਰ ਵੀ ਦਿਖਾਊਂਗਾ। ਸਕਲ ਦਾ ਕੰਮ ਕੀ ਹੁੰਦਾ ਕਿ ਆਪਣੀ ਜਿਹੜੀਆਂ ਅੱਖਾਂ ਹੈਗੀਆਂ, ਜਾਂ ਜਿਹੜਾ ਆਪਣਾ ਦਿਮਾਗ ਹੈਗਾ, ਹੈ ਨਾ, ਜਿਹਨੂੰ ਖੋਪੜੀ ਕਹਿ ਦਿੰਦੇ ਆ, ਖੋਪੜੀ ਹੁੰਦੀ ਆ ਜਿਹੜੀ, ਉਹਦਾ ਕੰਮ ਕੀ ਹੁੰਦਾ, ਬ੍ਰੇਨ ਤੇ ਆਈਜ਼ ਨੂੰ ਪ੍ਰੋਟੈਕਟ ਕਰਨਾ। ਤਾਂ ਪੁੱਛੇ ਹੋਏ ਆ ਸਾਰੇ ਕੁਐਸਚਨ ਕਿਸੇ ਨਾ ਕਿਸੇ ਢੰਗ ਦੇ ਨਾਲ, ਤਾਂ ਇਹਨੂੰ ਥਿਊਰੀ 'ਚ ਪੜ੍ਹ ਲਿਓ, ਨਾਲ ਤੁਹਾਨੂੰ ਪੰਜਾਬੀ 'ਚ ਮੈਂ ਲਿਖਿਆ ਹੋਇਆ ਪਿੰਜਰ ਸਿਸਟਮ ਦਾ ਕੰਮ ਕੀ ਆ। ਦੇਖੋ ਖੋਪੜੀ ਸਾਡੇ ਦਿਮਾਗ ਤੇ ਅੱਖਾਂ ਦੀ ਰੱਖਿਆ ਕਰਦੀ ਆ, ਇਹਨੂੰ ਪੜ੍ਹੀ ਜਾਇਓ ਨਾਲ ਨਾਲ ਪੰਜਾਬੀ 'ਚ। ਆਹ ਹੋ ਗਿਆ ਭਾਈ ਤੁਹਾਡਾ ਸਕੈਟਰਲ ਸਿਸਟਮ। ਇਹਦੇ ਵਿੱਚ ਇਹ ਵੀ ਯਾਦ ਰੱਖਣਾ ਪੈਂਦਾ ਵੀ ਕਿਹੜੇ ਕਿਹੜੇ, ਦੇਖੋ ਹੈਡ ਦੇ ਵਿੱਚ ਕਿੰਨੀਆਂ 22 ਹੱਡੀਆਂ ਨੇ, ਆਰਮ ਦੇ ਵਿੱਚ 3 ਹੱਡੀਆਂ ਨੇ, ਸਪਾਈਨ ਦੇ ਵਿੱਚ ਕਿੰਨੀਆਂ 26 ਹੱਡੀਆਂ ਨੇ। ਇਹ ਤੁਹਾਨੂੰ ਮੈਂ ਅੱਗੇ ਜਾ ਕੇ ਕਰਵਾਉਣਾ। ਇਹ ਹੱਡੀਆਂ ਵੀ ਪੁੱਛ ਸਕਦਾ ਕਿ ਹੈਡ ਦੇ ਵਿੱਚ ਮਨੁੱਖੀ ਮਤਲਬ ਕਿ ਦਿਮਾਗ ਦੇ ਵਿੱਚ ਕਿੰਨੀਆਂ ਹੱਡੀਆਂ ਹੁੰਦੀਆਂ, ਕੁਝ ਵੀ ਪੁੱਛਿਆ ਜਾ ਸਕਦਾ। ਤਾਂ ਇੱਕ ਆਹ ਚੀਜ਼ ਯਾਦ ਰੱਖਣੀ ਹੈ ਤੁਸੀਂ, ਜਦੋਂ ਦੋ ਜਾਂ ਦੋ ਤੋਂ ਵੱਧ ਜਿਹੜੀਆਂ ਬੋਨ ਆਪਸ ਵਿੱਚ ਕਨੈਕਟ ਹੁੰਦੀਆਂ ਨੇ ਉਹਨੂੰ ਕੀ ਕਹਿ ਦਿੰਦੇ ਆ, ਜੁਆਇੰਟ ਕਹਿ ਦਿੰਦੇ ਆ। ਜਿਵੇਂ ਆਹ ਦੇਖੋ ਜੁਆਇੰਟ ਕਹਿ ਦਿੰਦੇ ਆ ਨਾ, ਜਿਹਨੂੰ ਜੋੜ ਕਹਿ ਦਿੰਦੇ ਆ ਪੰਜਾਬੀ ਦੇ ਵਿੱਚ। ਆਹ ਦੇਖੋ ਇਹ ਡਾਇਗਰਾਮ ਯਾਦ ਰੱਖ ਸਕਦੇ ਹੋ ਤੁਸੀਂ, 22 ਹੱਡੀਆਂ ਦਿਮਾਗ 'ਚ ਆ, 3 ਹੈਗੀਆਂ ਬਾਹਾਂ ਦੇ ਵਿੱਚ, ਸਪਾਈਨ ਦੇ ਵਿੱਚ 26 ਨੇ, ਹੈਂਡ ਦੇ ਵਿੱਚ ਕਿੰਨੀਆਂ ਨੇ, 27 ਨੇ, ਲੈਗਸ ਦੇ ਵਿੱਚ 4 ਬੋਨਸ ਨੇ, ਫੁੱਟ ਦੇ ਵਿੱਚ 26 ਨੇ। ਲੈਗਸ ਵਾਲੀਆਂ ਬਹੁਤ ਇੰਪੋਰਟੈਂਟ ਨੇ ਕਿਉਂਕਿ ਲੈਗਸ ਦੇ ਉੱਪਰ ਬਹੁਤ ਵਾਰੀ ਕੁਐਸਚਨ ਪੁੱਛਿਆ ਜਾਂਦਾ ਹੈ। ਤਾਂ ਅੱਗੇ ਜਾ ਕੇ ਮੈਂ ਤੁਹਾਨੂੰ ਕਰਵਾਉਣਾ, ਸਾਰੀਆਂ ਹੱਡੀਆਂ ਤੁਸੀਂ ਯਾਦ ਰੱਖਣੀਆਂ ਕਿੰਨੀਆਂ ਕਿੰਨੀਆਂ ਹੈਗੀਆਂ।
ਹੁਣ ਇਸ ਸਕੈਟਰਲ ਸਿਸਟਮ ਦਾ ਮੇਨ ਕੰਮ ਕੀ ਹੈ? ਦੇਖੋ ਜੇ ਆਪਣੇ ਕੋਲ ਇਹ ਸਿਸਟਮ ਨਹੀਂ ਹੋਊਗਾ ਤਾਂ ਆਪਾਂ ਕੀ ਹੋਵਾਂਗੇ? ਇੱਕ ਮਿੱਟੀ ਦੀ ਢੇਰੀ ਬਣ ਜਾਵਾਂਗੇ। ਠੀਕ ਹੈ, ਇਹਦਾ ਕੰਮ ਕੀ ਹੁੰਦਾ? ਸ਼ੇਪ ਦੇਣਾ ਬੋਡੀ ਨੂੰ। ਠੀਕ ਹੈ, ਜਿਵੇਂ ਮੰਨ ਲਓ ਪ੍ਰੋਟੈਕਟ ਕਰਦਾ ਵੱਖਰੇ ਵੱਖਰੇ ਔਰਗਨ ਨੂੰ, ਤੁਹਾਨੂੰ ਮੈਂ ਦੱਸ ਕੇ ਹਟਿਆ ਤੁਹਾਨੂੰ। ਹੁਣ ਨੈਕਸਟ ਦੇਖੋ, ਕਹਿੰਦਾ ਵੀ ਜਦੋਂ ਹਿਊਮਨ ਬੋਡੀ ਦੇ ਵਿੱਚ ਆਪਾਂ ਸਾਰਿਆਂ ਨੂੰ ਪਤਾ 206 ਹੱਡੀਆਂ ਹੁੰਦੀਆਂ, ਪਰ ਜਦੋਂ ਆਪਾਂ ਜੰਮਦੇ ਹਾਂ ਉਦੋਂ ਕਿੰਨੀਆਂ ਹੁੰਦੀਆਂ? 300। ਤੇ ਇੱਥੋਂ ਪੁੱਛਿਆ ਜਾ ਸਕਦਾ ਕਿ ਜਦੋਂ ਨਿਊ ਬੇਬੀ ਬੋਰਨ ਹੁੰਦਾ ਤਾਂ ਉਹਦੇ ਵਿੱਚ ਕਿੰਨੀਆਂ ਬੋਨਸ ਹੁੰਦੀਆਂ? ਤਾਂ ਆਪਾਂ 206 ਲਾ ਕੇ ਆ ਜਾਵਾਂਗੇ। ਨਹੀਂ, ਉਦੋਂ 300 ਬੋਨਸ ਹੁੰਦੀਆਂ ਨੇ। ਹੌਲੀ ਹੌਲੀ ਉਹ ਕੀ ਹੋ ਜਾਂਦੀਆਂ ਨੇ? ਟੁੱਟ ਕੇ ਇੱਕ ਹੋਰ ਵੱਖਰੀ ਸ਼ੇਪ ਦੇ ਵਿੱਚ ਚਲੀਆਂ ਜਾਂਦੀਆਂ ਨੇ, ਜਿਹਨੂੰ ਕਹਿ ਦਿੰਦੇ ਆ 206 ਹੱਡੀਆਂ। ਤਾਂ ਅਡਲਟ ਦੇ ਵਿੱਚ ਕਿੰਨੀਆਂ ਨੇ? 206। ਨਿਊ ਬੋਰਨ ਬੇਬੀ ਦੇ ਵਿੱਚ ਕਿੰਨੀਆਂ ਹੁੰਦੀਆਂ? 300। ਠੀਕ ਹੈ, ਯਾਦ ਰੱਖਿਓ। ਉਹਦੇ ਵਿੱਚੋਂ 200 ਇਹ ਯਾਦ ਰੱਖਣ ਦੀ ਜ਼ਰੂਰਤ ਨਹੀਂ ਹੈ। 230 ਵੈਸੇ ਮੈਂ ਨੌਲੇਜ ਵਾਸਤੇ ਦੱਸ ਦਿੰਦਾ। 230 ਜਿਹੜੀਆਂ ਹੁੰਦੀਆਂ, ਜਿਹੜੀਆਂ ਮੂਵ ਕਰ ਸਕਦੀਆਂ, ਸੈਮੀ ਮੂਵ ਕਰ ਸਕਦੀਆਂ। ਠੀਕ ਹੈ, ਤਾਂ ਬ੍ਰੇਨ ਜਿਹੜਾ ਬ੍ਰੇਨ ਪ੍ਰੋਟੈਕਟ ਕਿਹਦੇ? ਬ੍ਰੇਨ ਨੂੰ ਕੌਣ ਪ੍ਰੋਟੈਕਟ ਕਰਦਾ? ਸਕਲ ਕਰਦਾ। ਠੀਕ ਹੈ, ਤਾਂ ਹਾਰਟ, ਲਿਵਰ ਤੇ ਲੰਗ ਨੂੰ ਪ੍ਰੋਟੈਕਟ ਕੌਣ ਕਰਦਾ? ਰਿਬਕੇਜ ਕਰਦਾ। ਤੁਹਾਨੂੰ ਮੈਂ ਹੁਣ ਦੱਸ ਕੇ ਹਟਿਆ। ਤਾਂ ਉਹ ਅੱਗੇ ਜਾ ਕੇ ਆਪਾਂ ਪੜ੍ਹਦੇ ਹਾਂ ਕਿਵੇਂ ਕਿਵੇਂ ਕਰਦਾ। ਆ ਗਿਆ ਮੋਸਟ ਇੰਪੋਰਟੈਂਟ ਪਾਰਟ, ਖੋਪੜੀ, ਜਿਹਨੂੰ ਸਕਲ ਕਹਿ ਦਿੰਦੇ ਆ ਜਾਂ ਕੈਰੀਨਮ ਕਹਿ ਦਿੰਦੇ ਆ। ਇਹ ਕੈਰੀਨਮ ਵਗੈਰਾ ਯਾਦ ਰੱਖਣਾ, ਸਕਲ ਵਗੈਰਾ ਡਾਇਰੈਕਟ ਨਹੀਂ ਪੁੱਛਣਗੇ। ਕਹਿੰਦਾ ਵੀ ਸਕਲ ਦਾ ਕੰਮ ਕੀ ਹੁੰਦਾ ਹੈ? ਕਹਿੰਦਾ ਪ੍ਰੋਟੈਕਟ ਕਰਨਾ, ਇੱਕ ਕਵਰ ਬਣਾ ਦਿੰਦੇ ਆਪਾਂ ਕਿ ਬ੍ਰੇਨ ਦੇ ਵਿੱਚ। ਖੋਪੜੀ ਦਾ ਕੰਮ ਕੀ ਹੁੰਦਾ? ਵੀ ਜਿਹੜਾ ਆਪਣਾ ਦਿਮਾਗ ਹੈ ਉਹਨੂੰ ਪ੍ਰੋਟੈਕਟ ਕਰਕੇ ਰੱਖਦੀ ਹੈ, ਜਿਵੇਂ ਫੇਸ ਤੇ ਹੈੱਡ ਨੂੰ, ਅੱਖਾਂ ਨੂੰ, ਸਾਰਿਆਂ ਨੂੰ ਕੀ ਕਰਦੀ ਹੈ? ਇੱਕ ਢਾਂਚਾ ਪ੍ਰਦਾਨ ਕਰਦੀ ਹੈ, ਚਿਹਰੇ ਨੂੰ ਇੱਕ ਸੁਰੱਖਿਆ ਕਵਰ ਪ੍ਰਦਾਨ ਕਰਦੀ ਹੈ। ਹੁਣ ਇਹਦੇ ਵਿੱਚ ਹੁੰਦੀਆਂ ਕਿੰਨੀਆਂ ਨੇ? ਯਾਦ ਰੱਖਣਾ 28 ਬੋਨਸ ਹੁੰਦੀਆਂ ਨੇ, 28 ਹੱਡੀਆਂ ਹੁੰਦੀਆਂ ਨੇ। ਠੀਕ ਹੈ, ਹੁਣ ਕੁਐਸਚਨ ਪੁੱਛਿਆ ਕਿਵੇਂ ਗਿਆ? ਵੀ ਇਹ ਪੁੱਛਿਆ ਗਿਆ ਕੁਐਸਚਨ, ਮੋਸਟ ਇੰਪੋਰਟੈਂਟ ਕੁਐਸਚਨ ਹੈ। ਕਹਿੰਦਾ ਦ ਬੋਨ ਡੈਟ ਪ੍ਰੋਟੈਕਟ ਦ ਬ੍ਰੇਨ, ਆਪਣੇ ਦਿਮਾਗ ਨੂੰ ਪ੍ਰੋਟੈਕਟ ਕਰਦੀ ਹੈ। ਦੇਖੋ ਇੱਥੇ ਉਹਨਾਂ ਨੇ ਖੋਪੜੀ ਨਹੀਂ ਲਿਖਿਆ, ਕੀ ਪਤਾ ਉਹ ਅਗਰ ਸਿੰਪਲ ਕੁਐਸਚਨ ਪਾਊਗਾ ਤਾਂ ਸਕਲ ਵੀ ਲਿਖ ਸਕਦਾ, ਲੇਕਿਨ ਇੱਥੇ ਆਪਾਂ ਨਾਮ ਯਾਦ ਰੱਖਣਾ ਕੈਰੀਨਮ। ਤਾਂ ਠੀਕ ਹੈ, ਡੀ ਇਜ਼ ਦਾ ਰਾਈਟ ਆਨਸਰ। ਆਈ ਹੋਪ ਤੁਹਾਨੂੰ ਸਮਝ ਵੀ ਆ ਰਿਹਾ ਹੋਊਗਾ, ਤੁਸੀਂ ਵੀਡੀਓ ਨੂੰ ਇੰਜੋਏ ਵੀ ਕਰ ਰਹੇ ਹੋਵੋਗੇ। ਦੇਖੋ ਕੋਈ ਵੀ ਚੀਜ਼ ਨੂੰ ਸਮਝਣਾ ਹੈ, ਕੋਈ ਦਿਮਾਗ ਤੇ ਬੋਝ ਲੈ ਕੇ ਨਹੀਂ, ਇੰਜੋਏ ਕਰਕੇ। ਇਹ ਨਹੀਂ ਸੋਚਣਾ ਕਿ 10 ਦਿਨ ਰਹਿ ਗਏ, 15 ਦਿਨ ਰਹਿ ਗਏ। ਜਿੰਨੇ ਦਿਨ ਹੈਗੇ ਆ ਤੁਸੀਂ ਇੰਜੋਏ ਕਰਕੇ ਪੜ੍ਹੋ। ਜੇ ਟੈਨਸ਼ਨ ਲੈ ਕੇ ਪੜ੍ਹੋਗੇ ਤਾਂ ਕੀ ਹੋਊਗਾ? ਤੁਹਾਡਾ ਸਿਲੇਬਸ ਤਾਂ ਕਵਰ ਹੋਣਾ ਨਹੀਂ, ਉਲਟਾ ਤੁਸੀਂ ਜਿਹੜਾ ਆਉਂਦਾ ਉਹ ਵੀ ਭੁੱਲ ਜਾਓਗੇ। ਠੀਕ ਹੈ, ਹੁਣ ਨੈਕਸਟ ਦੇਖੋ, ਤੁਹਾਨੂੰ ਮੈਂ ਦੱਸਿਆ ਵੀ ਜਿਹੜੇ ਬਾਂਹ ਹੁੰਦੀ ਉਹਦੇ ਵਿੱਚ ਕਿੰਨੀਆਂ ਹੁੰਦੀਆਂ? 3 ਮੇਨ ਬੋਨਸ ਹੁੰਦੀਆਂ ਨੇ। ਨਾਮ ਵਗੈਰਾ ਪੁੱਛ ਸਕਦਾ ਤਾਂ ਯਾਦ ਰੱਖ ਲਿਓ, ਰੈਡੀਅਸ ਹੋ ਗਿਆ, ਹਿਊਮਰਸ ਹੋ ਗਈ, ਹੈ ਨਾ, ਉਲਨਾ ਹੋ ਗਿਆ। ਤਾਂ ਸਾਰੀਆਂ ਮਤਲਬ ਕੋਈ ਜੇ ਯਾਦ ਰਹਿ ਜਾਏ ਵੈਲ ਐਂਡ ਗੁੱਡ, ਅਦਰਵਾਈਜ਼ ਤਾਂ ਨੰਬਰ ਤਾਂ ਯਾਦ ਰੱਖਣਾ ਹੀ ਰੱਖਣਾ ਕਿ ਕਿੰਨੀਆਂ ਹੱਡੀਆਂ ਹੁੰਦੀਆਂ ਨੇ। 3 ਹੁੰਦੀਆਂ ਨੇ, 4 ਹੁੰਦੀਆਂ ਨੇ, 5 ਹੁੰਦੀਆਂ ਨੇ। ਆਹ ਸਭ ਤੋਂ ਇੰਪੋਰਟੈਂਟ ਹੋ ਜਾਂਦੀ ਹੈ ਸਪਾਈਨ, ਕਿਉਂਕਿ ਜਿਹਦੇ ਵਿੱਚ ਆਪਣਾ ਬੋਡੀ ਦਾ ਪੂਰਾ ਸਟਰਕਚਰ ਖੜਾ ਹੁੰਦਾ ਹੈ। ਇਹ 3 ਪਾਰਟ ਦੇ ਵਿੱਚ ਡਿਵਾਈਡ ਹੋਈ ਹੁੰਦੀ ਹੈ। ਠੀਕ ਹੈ, ਜਿਹੜਾ ਕੁਐਸਚਨ ਪੁੱਛਿਆ ਗਿਆ ਉਹ ਮੇਨ ਇਹ ਪੁੱਛਿਆ ਜਾਂਦਾ ਕਿ ਜਿਹੜੀ ਸੈਂਟਰ ਆਫ ਦਾ ਸਪਾਈਨ ਨੂੰ ਕੀ ਕਹਿ ਦਿੰਦੇ ਆ? ਰੀੜ ਦੀ ਹੱਡੀ ਦੇ ਜਿਹੜਾ ਸੈਂਟਰ ਹੁੰਦਾ ਉਹਨੂੰ ਕੀ ਕਹਿੰਦੇ ਆ? ਸਪਾਈਨਲ ਕੋਰਡ ਬੋਲਦੇ ਆ ਉਹਨੂੰ। ਤਾਂ ਇਹ ਕੁਐਸਚਨ ਬਹੁਤ ਵਾਰ ਪੁੱਛਿਆ ਗਿਆ। ਸਪਾਈਨਲ ਕੋਰਡ ਕੀ ਹੁੰਦੀ ਹੈ? ਜਿਹੜੀ ਰੀੜ ਦੀ ਹੱਡੀ ਦਾ ਸੈਂਟਰ ਹੁੰਦਾ ਹੈ। ਠੀਕ ਹੈ, ਜਿਹੜੇ 3 ਮੇਨ ਪਾਰਟ ਇਹਨਾਂ ਦੇ ਨਾਮ ਤੁਸੀਂ ਅਗਰ ਯਾਦ ਰੱਖ ਲਓ। ਠੀਕ ਹੈ, ਸਰਵਾਈਕਲ ਹੋ ਗਿਆ, ਠੀਕ ਹੈ, ਥੋਰੈਸਿਸ ਹੋ ਗਿਆ, ਲਿਊਮਬਰ ਹੋ ਗਿਆ। ਤਾਂ ਇਹ ਤੁਸੀਂ ਯਾਦ ਰੱਖ ਸਕਦੇ ਹੋ 3 ਮੇਨ ਪਾਰਟ। ਤਾਂ ਮੇਨ ਇਹਦੇ ਵਿੱਚ ਕਿੰਨੀਆਂ ਹੁੰਦੀਆਂ? 33 ਵਰਟੀਬਰ ਹੁੰਦੇ ਆ ਰੀੜ ਦੀ ਹੱਡੀ ਨੂੰ, ਜਿਹੜੇ ਮਤਲਬ ਕਿ ਪਿੰਜਰ ਦਾ ਰੂਪ ਮਤਲਬ ਦਿੰਦੇ ਆ ਆਪਣੀ ਰੀੜ ਦੀ ਹੱਡੀ ਨੂੰ। ਉਹ ਕਿੰਨੇ ਹੁੰਦੇ ਆ? 33 ਹੁੰਦੇ ਆ। ਠੀਕ ਹੈ, ਜਿਹੜੇ ਆ ਦੇਖੋ, ਆ ਦੇਖ ਬਣੇ ਹੋਏ ਨਾ 33, ਆ ਦੇਖੋ ਤੁਸੀਂ ਦੇਖਿਆ ਹੋਊਗਾ ਐਂ ਵਾਲੇ ਸ਼ੇਪ ਵਾਲੇ, ਤਾਂ ਇਹਨੂੰ ਕੀ ਬੋਲ ਦਿੰਦੇ ਆ? ਵਰਟੇਬਰਸ। ਠੀਕ ਹੈ, ਇਹ 33 ਹੁੰਦੇ ਆ ਆਪਣੀ ਰੀੜ ਦੀ ਹੱਡੀ ਨੂੰ ਬਣਾਉਣ ਵਾਸਤੇ। ਨੈਕਸਟ ਦੇਖਦੇ ਆ, ਹੱਥ ਦੇ ਵਿੱਚ ਕਿੰਨੀਆਂ ਹੁੰਦੀਆਂ? ਤੁਹਾਨੂੰ ਮੈਂ ਦੱਸ ਕੇ ਹਟਿਆ, 27 ਬੋਨਸ ਹੁੰਦੀਆਂ ਨੇ, 27 ਹੱਡੀਆਂ ਹੁੰਦੀਆਂ ਨੇ, 5 ਫਿੰਗਰਸ ਹੁੰਦੀਆਂ ਨੇ। ਬਸ ਮੇਨ ਇੰਪੋਰਟੈਂਟ ਕੁਐਸਚਨ ਕਿਹੜਾ ਬਣਦਾ ਇੱਥੋਂ ਕਿ ਸਭ ਤੋਂ ਫਲੈਕਸੀਬਲ ਮਤਲਬ ਕਿ ਬੋਨ ਕਿਹੜੀ ਹੁੰਦੀ ਹੈ ਆਪਣੇ ਹੱਥ ਦੇ ਵਿੱਚ? ਤਾਂ ਥੰਬ, ਜਿਹਨੂੰ ਅੰਗੂਠਾ ਕਹਿ ਦਿੰਦੇ ਆ। ਅੰਗੂਠਾ ਕੀ ਸਭ ਤੋਂ ਫਲੈਕਸੀਬਲ ਹੈ ਆਪਣੇ ਹੱਥ ਦੇ ਵਿੱਚ? ਇਹ ਯਾਦ ਰੱਖਣਾ, ਇਹ ਕੁਐਸਚਨ ਪੁੱਛਿਆ ਗਿਆ ਸਭ ਤੋਂ ਫਲੈਕਸੀਬਲ ਕਿਹੜਾ ਹੈ 5 ਫਿੰਗਰਾਂ ਦੇ ਵਿੱਚੋਂ? ਅੰਗੂਠਾ, ਜਿਹਨੂੰ ਥੰਬ ਬੋਲ ਦਿੰਦੇ ਆ। ਥੰਬ ਕੀ ਆ? ਮੋਸਟ ਫਲੈਕਸੀਬਲ ਹੈ। ਆ ਗਿਆ ਭਾਈ ਤੁਹਾਡਾ ਰਿਬਕੇਜ। ਰਿਬਕੇਜ ਦੇਖੋ, ਤੁਸੀਂ ਦੇਖਿਆ ਹੋਊਗਾ, ਜਿਹਨੂੰ ਪਸਲੀਆਂ ਕਹਿ ਦਿੰਦੇ ਆਪਾਂ। ਠੀਕ ਹੈ, ਇਹ ਕੀ ਕਰਦਾ? ਇਹਦਾ ਮੇਨ ਕੰਮ ਕੀ ਕਰਦਾ? ਜਿਹੜੀਆਂ ਪਸਲੀਆਂ ਵਗੈਰਾ ਹੋ ਗਈਆਂ ਉਹਨੂੰ ਬਚਾਉਣ ਦੇ ਵਾਸਤੇ ਕੰਮ ਕਰਦਾ ਹੈ। ਉਹਦੇ ਉੱਪਰ ਕੀ ਕਹਿ ਸਕਦੇ ਆਪਾਂ? ਇੱਕ ਕਵਰ ਕਹਿ ਸਕਦੇ ਹਾਂ ਕਿ ਉਹਨਾਂ ਨੂੰ ਬਚਾਉਣ ਵਾਸਤੇ ਕੰਮ ਕਰਦਾ ਹੈ। ਤਾਂ ਦੇਖੋ ਲਿਖਿਆ ਹੋਇਆ ਰਿਬਕੇਜ ਬਣਾਉਣ ਲਈ ਕਹਿੰਦਾ ਪਸਲੀਆਂ ਰੀੜ ਤੇ ਸਟਰਨਮ ਜੋੜਦੀਆਂ ਹਨ। ਠੀਕ ਹੈ, ਰਿਬਕੇਜ ਕਾਹਦਾ? ਪ੍ਰੋਟੈਕਟ ਕਵਰ ਹੈ ਇੱਕ, ਬਸ ਆਪਣੀਆਂ ਪਸਲੀਆਂ ਵਗੈਰਾ ਨੂੰ ਬਚਾਉਣ ਵਾਸਤੇ। ਹੁਣ ਲੈਗਸ ਦੀ ਤੁਹਾਨੂੰ ਮੈਂ ਦੱਸਿਆ, ਲੈਗਸ ਦੇ ਵਿੱਚ ਕਹਿੰਦਾ 8 ਬੋਨਸ ਹੁੰਦੀਆਂ ਨੇ, 4 ਪਰ ਲੈਗ, ਹੈ ਨਾ। ਇੱਕ ਲੈਗ ਦੇ ਵਿੱਚ 4 ਹੋ ਗਈਆਂ, 2 ਲੱਤਾਂ ਹੁੰਦੀਆਂ ਆਪਣੀਆਂ ਤਾਂ 8 ਹੋ ਗਈਆਂ ਨਾ। ਤਾਂ ਹੁਣ ਯਾਦ ਰੱਖਣਾ ਕਿਹੜੀਆਂ ਕਿਹੜੀਆਂ ਹੁੰਦੀਆਂ? ਇੱਕ ਹੁੰਦੀ ਆ ਫੈਮੂਰ ਬੋਨ ਹੁੰਦੀ ਆ, ਟੀਬੀਆ ਹੁੰਦੀ ਆ, ਫੈਬੂਲਾ ਹੁੰਦੀ ਆ, ਪੈਟੀਲਾ ਹੁੰਦੀ ਆ। ਹੁਣ ਇੱਥੋਂ ਕੁਐਸਚਨ ਪੁੱਛੂਗਾ ਵੀ ਸਭ ਤੋਂ ਸਟਰੋਂਗੈਸਟ ਬੋਨ ਕਿਹੜੀ ਹੁੰਦੀ ਹੈ? ਤਾਂ ਲੱਤ ਦੇ ਵਿੱਚ ਹੀ ਹੁੰਦੀ ਹੈ ਸਭ ਤੋਂ ਸਟਰੋਂਗੈਸਟ ਬੋਨ। ਠੀਕ ਹੈ, ਤਾਂ ਜਿਹਨੂੰ ਕਹਿ ਦਿੰਦੇ ਆ, ਠੀਕ ਹੈ, ਇਹਦੇ ਵਿੱਚ ਤੁਹਾਨੂੰ ਮੈਂ ਦੱਸ ਦਿੰਦਾ, ਸਭ ਤੋਂ ਸਟਰੋਂਗੈਸਟ ਬੋਨ ਹੁੰਦੀ ਹੈ ਫੈਮੂਰ। ਫੈਮੂਰ ਬੋਨ ਇਜ਼ ਦਾ ਮੋਸਟ ਸਟਰੋਂਗੈਸਟ ਬੋਨ। ਠੀਕ ਹੈ, ਤੇ ਇਹਨੂੰ ਯਾਦ ਰੱਖਿਓ, ਕੁਐਸਚਨ ਪੁੱਛਿਆ ਜਾ ਸਕਦਾ। ਅੱਗੇ ਮੈਂ ਸ਼ਾਇਦ MCQ ਵੀ ਪਾਇਆ, ਤੁਹਾਨੂੰ ਮੈਂ ਦੱਸ ਦਿੰਦਾ ਉਹ।
ਨੈਕਸਟ ਇਹ ਵੀ ਪੁੱਛਿਆ ਜਾ ਸਕਦਾ, ਤੁਹਾਨੂੰ ਮੈਂ ਦੱਸਿਆ ਸੀਗਾ ਕਿ ਪੋਸੀਬਲ ਡਿਜ਼ੀਜ਼ਸ ਕਿਹੜੀਆਂ ਹੁੰਦੀਆਂ ਨੇ, ਤੁਸੀਂ ਉਹਦੇ ਵਾਸਤੇ ਆਪਾਂ ਇੱਕ ਵੱਖਰੀ ਵੀਡੀਓ ਕਰਾਂਗੇ ਡਿਜ਼ੀਜ਼ਸ ਦੇ ਉੱਪਰ। ਪਰ ਜਿਹੜੀਆਂ ਮੋਸਟ ਇੰਪੋਰਟੈਂਟ ਸੀਗੀਆਂ ਉਹ ਤੁਹਾਨੂੰ ਮੈਂ ਕਰਵਾਤੀਆਂ, ਠੀਕ ਹੈ। ਇਹ ਵਗੈਰਾ ਇਹਦੇ ਵਿੱਚ ਕੀ ਹੁੰਦਾ, ਹੱਡੀਆਂ ਵਗੈਰਾ ਬੈਂਡ ਹੋ ਜਾਂਦੀਆਂ, ਰੈਕਟਲ ਦੇ ਵਿੱਚ ਵੀ ਸੇਮ ਹੋ ਜਾਂਦਾ। ਐਰਥਰੀਸਿਸ ਦੇ ਵਿੱਚ ਕੀ ਹੁੰਦਾ ਕਿ ਆਪਣੇ ਜਿਹੜੀਆਂ ਉਂਗਲਾਂ ਵਗੈਰਾ ਮੁੜਨੀਆਂ ਸ਼ੁਰੂ ਹੋ ਜਾਂਦੀਆਂ ਨੇ। ਤਾਂ ਕੁਐਸਚਨ ਪੁੱਛਿਆ ਗਿਆ ਕਿਤੇ ਨਾ ਕਿਤੇ, ਕਹਿੰਦਾ ਇਹ ਕੰਡੀਸ਼ਨ ਇਨ ਵਿਚ ਬੋਨਸ ਬਿਕਮ ਵੀਕ ਐਂਡ ਬ੍ਰੇਕ ਈਜ਼ੀਲੀ। ਤਾਂ ਆਸਟੋਫੋਰੋਸਿਸ ਦੇ ਵਿੱਚ ਹੋ ਜਾਂਦਾ। ਆਰਥੋਫੋਰੋਸਿਸ ਦੇ ਵਿੱਚ ਕੀ ਹੁੰਦਾ, ਆਹ ਦੇਖੋ ਬੈਂਟ ਵਗੈਰਾ ਹੋਣਾ ਸ਼ੁਰੂ ਹੋ ਜਾਂਦਾ। ਜਿਵੇਂ ਬੁੜਿਆਂ ਦੇ ਵਿੱਚ ਕੀ ਹੁੰਦਾ ਕਿ ਆ ਬੈਂਟ ਵਗੈਰਾ ਹੋਣਾ ਸ਼ੁਰੂ ਹੋ ਜਾਂਦੇ ਨਾ, ਬਜ਼ੁਰਗ ਦੇ ਵਿੱਚ ਕੀ ਹੋ ਜਾਂਦਾ ਕਿ ਉਹ ਵੀਕ ਹੋ ਜਾਂਦਾ ਆਪਣਾ ਰੀੜ੍ਹ ਦੀ ਹੱਡੀ ਦਾ ਸਿਸਟਮ, ਤਾਂ ਕਰਕੇ ਉਹ ਬੈਂਟ ਹੋਣਾ ਸ਼ੁਰੂ ਹੋ ਜਾਂਦਾ। ਤਾਂ ਡਿਸੀਜ਼ਜ਼ ਤੋਂ ਵੀ ਪੁੱਛ ਸਕਦਾ ਕਿ ਕਿਹੜੀ ਕਿਹੜੀ ਡਿਸੀਜ਼ਜ਼ ਦੇ ਵਿੱਚ ਕੀ ਕੀ ਕੰਮ ਹੁੰਦਾ। ਆਹ ਦੇਖੋ ਮੈਂ ਕੁਐਸਚਨ ਤੁਹਾਨੂੰ ਮੈਂ ਹੁਣੇ ਬੋਲਿਆ ਸੀਗਾ, ਸਟਰੋਂਗੈਸਟ ਬੋਨ ਕਿਹੜੀ ਹੁੰਦੀ ਆ, ਮੋਸਟ ਇੰਪੋਰਟੈਂਟ ਜਿਹਨੂੰ ਕਹਿ ਦਿੰਦੇ ਆ ਫੀਮੂਰ ਬੋਨ ਹੁੰਦੀ ਆ। ਇਹ ਕਹਿੰਦਾ ਸਭ ਤੋਂ ਲੰਬੀ ਵੀ ਹੁੰਦੀ ਆ ਅਤੇ ਸਭ ਤੋਂ ਕੀ ਹੁੰਦੀ ਆ, ਸਟਰੋਂਗੈਸਟ ਵੀ ਹੁੰਦੀ ਆ। ਸੋਲਿਡ ਬੋਨ ਕਹਿ ਦਿੰਦੇ ਆ, ਜਿਹੜੀ ਪ੍ਰੋਵਾਈਡ ਕਰਦੀ ਆ ਸਟਰੈਂਥ, ਜਿਹਦੇ ਵਿੱਚ ਇਹਦਾ ਮੇਨ ਕੰਮ ਕੀ ਆਪਣਾ ਬੋਡੀ ਦਾ ਪੂਰਾ ਭਾਰ ਇਹਦੇ ਇਸ ਹੱਡੀ ਦੇ ਉੱਪਰ ਹੁੰਦਾ, ਜਿਹਨੂੰ ਥਾਈਸ ਦੇ ਵਿੱਚ ਹੁੰਦੀ ਆ ਹੱਡੀ ਇਹ, ਠੀਕ ਹੈ। ਨੈਕਸਟ ਦੇਖੋ ਮੋਸਟ ਸੈਂਸਿਟਿਵ ਵੀ ਪੁੱਛ ਸਕਦਾ ਹੈ। ਮੋਸਟ ਸੈਂਸਿਟਿਵ ਜਿਵੇਂ ਆਪਣੇ ਹਿਪਸ ਵਗੈਰਾ ਹੋ ਗਏ, ਸ਼ੋਲਡਰ ਹੋ ਗਏ, ਥਾਈਜ਼ ਹੋ ਗਏ, ਸਕਲ ਹੋ ਗਿਆ, ਇਹ ਸਾਰੇ ਕੀ ਆਪਣੇ ਸੈਂਸਿਟਿਵ ਬੋਨਸ ਨੇ। ਇਹ ਵੀ ਪੁੱਛਿਆ ਜਾ ਸਕਦਾ ਕਿ ਜਿਹੜੀਆਂ ਮਤਲਬ ਕਿ ਬਹੁਤ ਹੀ ਕਮਜ਼ੋਰ ਹੱਡੀਆਂ ਜਾਂ ਸੈਂਸਿਟਿਵ, ਕਮਜ਼ੋਰ ਹੀ ਕਹਿ ਸਕਦੇ ਆ ਪੰਜਾਬੀ ਦੇ ਵਿੱਚ ਵੀ, ਹੱਡੀਆਂ ਕਿਹੜੀਆਂ ਹੁੰਦੀਆਂ। ਹੁਣ ਅਗਲੀ ਵਾਰੀ ਆਪਾਂ ਕਰਾਂਗੇ ਮੋਸਟ ਇੰਪੋਰਟੈਂਟ ਜਿਹੜਾ ਹੈਗਾ ਆਪਣਾ ਹਾਰਟ ਸਿਸਟਮ ਹੋ ਗਿਆ ਅਤੇ ਮਸਲ ਸਿਸਟਮ ਹੋ ਗਿਆ, ਠੀਕ ਹੈ। ਕਿਉਂਕਿ ਵੀਡੀਓ ਬਹੁਤ ਲੰਬੀ ਹੋ ਜੂਗੀ, ਤੁਹਾਡਾ ਇੰਟਰਸਟ ਖਤਮ ਹੋ ਜਾਊਗਾ। ਵੈਸੇ ਤੁਹਾਨੂੰ ਮੈਂ ਦੱਸ ਦਿੰਦਾ, ਇਹ ਪੁੱਛਿਆ ਗਿਆ ਕਈ ਵਾਰੀ ਕਿ ਜਿਹੜਾ ਆਪਣਾ ਬਲੱਡ ਆ ਉਹਨੂੰ ਪੰਪ ਕੌਣ ਕਰਦਾ, ਤਾਂ ਉਹਨੂੰ ਪੰਪ ਕਰਦਾ ਬਾਈ ਹਾਰਟ, ਠੀਕ ਹੈ। ਕਿਉਂਕਿ ਸਰਕੂਲੇਟ ਤਾਂ ਹੀ ਹੋਊਗਾ ਨਾ ਜੇ ਆਪਾਂ ਉਹਨੂੰ ਪੰਪ ਕਰਾਂਗੇ। ਪੰਪ ਕਰਨ ਤੋਂ ਬਾਅਦ ਹੀ ਉਹ ਕੀ ਕਰੂਗਾ, ਉਹ 1000 ਆਫ ਮਾਈਲਸ ਕੇ ਬਲੱਡ ਵੈਸਲ ਦੇ ਵਿੱਚ ਕੀ ਕਰੂਗਾ, ਮੂਵ ਕਰੂਗਾ, ਟਰੈਵਲ ਕਰੂਗਾ। ਟਰੈਵਲ ਕਿਉਂ ਕਰਦਾ, ਉਹਦੇ ਵਿੱਚ ਕੀ ਹੁੰਦਾ, ਨਿਊਟ੍ਰੀਐਂਟ, ਵਾਟਰ, ਆਕਸੀਜਨ ਐਂਡ ਵੇਸਟ ਪ੍ਰੋਡਕਟ ਨੂੰ ਕੀ ਕਰਦਾ, ਬੋਡੀ ਦੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਲੈ ਕੇ ਜਾਂਦਾ। ਕੌਣ ਲੈ ਕੇ ਜਾਂਦਾ, ਬਲੱਡ ਦਾ ਹੀ ਕੰਮ ਹੁੰਦਾ ਸਾਰਾ। ਤਾਂ ਦੇਖੋ ਅੱਗੇ ਬਲੱਡ ਵੀ ਕਾਫੀ ਤਰ੍ਹਾਂ ਦੇ ਹੁੰਦੇ ਨੇ, ਜਿਵੇਂ ਰੈੱਡ ਬਲੱਡ ਸੈੱਲ ਹੁੰਦੇ ਨੇ, ਵਾਈਟ ਬਲੱਡ ਸੈੱਲ ਹੁੰਦੇ ਨੇ। ਹੁਣ ਇਹ ਕੁਐਸਚਨ ਪੁੱਛਿਆ ਗਿਆ ਕਿ ਜਿਹੜੇ ਆਪਣੇ ਬੋਡੀ ਨੂੰ ਪ੍ਰੋਟੈਕਟ ਕਰਦਾ ਬਿਮਾਰੀਆਂ ਵਗੈਰਾ ਤੋਂ, ਜਰਮ ਵਗੈਰਾ ਤੋਂ, ਕਿਹੜਾ ਕਰਦਾ, ਤਾਂ ਉਹ ਕਰਦਾ ਵਾਈਟ ਬਲੱਡ ਸੈੱਲ। ਮੋਸਟ ਇੰਪੋਰਟੈਂਟ ਚੀਜ਼ ਹੈ ਕਿ ਆਪਣੀਆਂ ਬਿਮਾਰੀਆਂ ਤੋਂ ਬਚਾਉਣ ਵਾਸਤੇ ਕਿਹੜੇ ਸੈੱਲ ਜ਼ਰੂਰੀ ਨੇ, ਵਾਈਟ ਬਲੱਡ ਸੈੱਲ। ਤੇ ਰੈੱਡ ਬਲੱਡ ਸੈੱਲ ਦਾ ਕੰਮ ਕੀ ਹੁੰਦਾ, ਇਹ ਮੇਨ ਇਹਦਾ ਕੰਮ ਹੁੰਦਾ ਹੈ ਕਿ ਜਿਹੜੀ ਆਪਾਂ ਆਕਸੀਜਨ ਵਗੈਰਾ ਲੈਂਦੇ ਆ, ਸਾਹ ਵਗੈਰਾ ਲੈਂਦੇ ਆ, ਲੰਗਸ ਤੋਂ ਲੈ ਕੇ ਬਾਕੀ ਸੈੱਲ ਤੱਕ ਪਹੁੰਚਾਉਣਾ ਕਿਹਦਾ ਕੰਮ ਹੈ, ਰੈੱਡ ਬਲੱਡ ਸੈੱਲ ਦਾ। ਤੇ ਇਹ ਵੀ ਕਿਤੇ ਨਾ ਕਿਤੇ ਪੁੱਛਿਆ ਗਿਆ ਕਿ ਇੱਕ ਬਲੱਡ ਡ੍ਰੌਪ ਦੇ ਵਿੱਚ ਕਿੰਨੇ ਸੈੱਲਸ ਹੁੰਦੇ ਨੇ, ਤਾਂ 50 ਲੱਖ ਤੋਂ ਵੀ ਪਲੱਸ ਹੁੰਦੇ ਨੇ ਇੱਕ ਬਲੱਡ ਡ੍ਰੌਪ ਦੇ ਵਿੱਚ, ਕਿਹੜੇ, ਰੈੱਡ ਬਲੱਡ ਸੈੱਲ। ਤਾਂ ਤੁਸੀਂ ਪੁੱਛ ਸਕਦੇ, ਮਤਲਬ ਕੋਈ ਵੀ ਤਰੀਕੇ ਨਾਲ ਕੁਐਸਚਨ ਪੁੱਛ ਸਕਦਾ। ਦੇਖੋ ਸਾਰੇ ਬੇਸਿਕ ਫੈਕਟਰ ਨੇ, ਤੁਹਾਨੂੰ ਇਹ ਤਾਂ ਪੜ੍ਹਨੇ ਹੀ ਪੈਣਗੇ। ਬਾਕੀ ਆਪਾਂ ਇਹਦੇ ਰਿਲੇਟਡ ਕਰਾਂਗੇ MCQ ਸ਼ਾਮ ਨੂੰ ਟੈਲੀਗ੍ਰਾਮ ਗਰੁੱਪ ਦੇ ਵਿੱਚ। ਵੀਡੀਓ ਜੇ ਵਧੀਆ ਲੱਗੇ ਭਾਈ ਲਾਈਕ ਕਰ ਦਿਓ, ਸ਼ੇਅਰ ਕਰ ਦਿਓ ਦੱਬ ਕੇ ਯਾਰਾਂ ਦੋਸਤਾਂ ਮਿੱਤਰਾਂ ਨਾਲ, ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਦਬਾ ਲਿਓ। ਟੈਲੀਗ੍ਰਾਮ ਦਾ ਗਰੁੱਪ ਪਿਆ ਡਿਸਕ੍ਰਿਪਸ਼ਨ ਦੇ ਵਿੱਚ, ਉਹਨੂੰ ਜਾ ਕੇ ਜੁਆਇਨ ਕਰ ਲਓ। ਉੱਥੇ ਮਿਲੂਗੀ ਇਹਦੀ PDF ਪਲੱਸ ਮਿਲਣਗੇ ਤੁਹਾਨੂੰ MCQ। ਤਦ ਤੱਕ ਵਾਸਤੇ ਧੰਨਵਾਦ, ਮਿਲਦੇ ਹਾਂ ਜਲਦੀ ਇੱਕ ਨਵੀਂ ਵੀਡੀਓ ਦੇ ਨਾਲ, ਬਾਬਾ ਮਿਹਰ ਕਰੇ।